ਵਾਪਸ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 47 ਹੈ। ਅਸੀਂ ਆਈਗਨ ਵੈਲਿਊਜ਼ ਅਤੇ ਆਈਗਨ ਵੈਕਟਰਾਂ ਬਾਰੇ ਆਪਣੀ ਚਰਚਾ ਕੰਟੀਨਿਊ ਰੱਖਾਂਗੇ। ਖਾਸ ਤੌਰ ਤੇ ਅੱਜ ਅਸੀਂ ਆਈਗਨ ਵੈਲਿਊਜ਼ ਦੇ ਮੁਲਾਂਕਣ ਤੇ ਵਧੇਰੇ ਧਿਆਨ ਕੇਂਦਰਿਤ ਕਰਾਂਗੇ ਅਤੇ ਕੁਝ ਚੰਗੀਆਂ ਕੰਮ ਕੀਤੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਲਈ ਆਓ ਇੱਥੇ ਇਸ ਸਮੱਸਿਆ ਨਾਲ ਸ਼ੁਰੂਆਤ ਕਰੀਏ ਤਾਂ ਇਸ ਮੈਟ੍ਰਿਕਸ ਦੀਆਂ ਆਈਗਨ ਵੈਲਿਊਜ਼ ਅਤੇ ਆਈਗਨ ਵੈਕਟਰ ਪਤਾ ਕਰੀਏ। ਫਿਰ ਬਹੁਤ ਸਧਾਰਨ ਮੈਟ੍ਰਿਕਸ ਅਸੀਂ 2 ਸਕੁਏਅਰ ਰੂਟ ਮਾਈਨਸ 2 ਅਤੇ ਫਿਰ ਸਕੁਏਅਰ ਰੂਟ 2 ਲਿਆ ਹੈ ਅਤੇ ਫਿਰ ਇੱਥੇ ਸਕੁਏਅਰ ਰੂਟ 2 ਅਤੇ ਇਹ ਉੱਥੇ ਹੈ। ਤਾਂ ਕੈਰੈਕਟਰਿਸਟਿਕ ਇਕੁਏਸ਼ਨ ਜੋ ਸਾਨੂੰ ਆਈਗਨ ਵੈਲਿਊਜ਼ ਨੂੰ ਪਤਾ ਕਰਨ ਲਈ ਪਹਿਲੇ ਸਟੈਪ ਵਜੋਂ ਲਿਖਣੀ ਪੈਂਦੀ ਹੈ, ਜਿਸ ਦਾ ਮਤਲਬ ਹੈ ਕਿ ਇਸ A ਮਾਈਨਸ ਲੈਂਬਡਾ I ਦਾ ਡਿਟਰਮੀਨੈਂਟ 0 ਦੇ ਬਰਾਬਰ ਹੈ ਜੋ ਕੈਰੈਕਟਰਿਸਟਿਕ ਇਕੁਏਸ਼ਨ ਹੈ। ਸਾਡੇ ਕੋਲ ਇੱਥੇ ਹੈ ਕਿ ਲੈਂਬਡਾ ਨੂੰ ਡਾਇਗੋਨਲ ਐਂਟਰੀਆਂ ਤੋਂ ਘਟਾਇਆ ਜਾਵੇਗਾ ਨਹੀਂ ਤਾਂ ਇਹ ਸਿਰਫ ਮੈਟ੍ਰਿਕਸ A ਹੈ। ਇਸ ਲਈ ਇੱਥੇ 2 ਮਾਈਨਸ ਲੈਂਬਡਾ ਅਤੇ ਸਕੁਏਅਰ ਰੂਟ ਲੈਂਬਡਾ ਫਿਰ ਇੱਕੋ ਤੱਤ ਸਕੁਏਅਰ ਰੂਟ 2 ਅਤੇ ਫਿਰ 1 ਮਾਈਨਸ ਲੈਂਬਡਾ 0 ਦੇ ਬਰਾਬਰ ਹੋਵੇਗਾ। ਅਤੇ ਹੁਣ ਅਸੀਂ ਇਸ ਤਰ੍ਹਾਂ ਆਸਾਨੀ ਨਾਲ ਕਰ ਸਕਦੇ ਹਾਂ। ਅਸੀਂ 2 ਮਾਈਨਸ ਲੈਂਬਡਾ 2 ਨੂੰ ਇਸ 1 ਮਾਈਨਸ ਲੈਂਬਡਾ ਅਤੇ ਫਿਰ ਇਸ 2 ਨੂੰ ਗੁਣਾ ਕਰ ਸਕਦੇ ਹਾਂ। ਇਸ ਲਈ ਇਸ ਨੂੰ -2 ਦੇਣ ਲਈ ਸਰਲ ਬਣਾਇਆ ਜਾ ਸਕਦਾ ਹੈ। ਇਸ ਲਈ ਇਹ 2 ਮਾਈਨਸ ਲੈਂਬਡਾ ਹੈ ਅਤੇ ਫਿਰ ਸਾਡੇ ਕੋਲ 1 ਮਾਈਨਸ ਲੈਂਬਡਾ ਅਤੇ -2 ਹੈ। ਤਾਂ ਅਸੀਂ ਇੱਥੇ 2 ਨੂੰ ਕੀ ਪ੍ਰਾਪਤ ਕਰਦੇ ਹਾਂ ਅਤੇ ਫਿਰ ਇਹ -2 ਹੋਵੇਗਾ ਅਤੇ ਇੱਥੇ -1 ਤਾਂ 3 ਲੈਂਬਡਾ ਅਤੇ ਪਲੱਸ ਇਹ ਲੈਂਬਡਾ ਸਕੁਏਅਰ ਅਤੇ ਫਿਰ ਸਾਡੇ ਕੋਲ ਮਾਈਨਸ ਲੈਂਬਡਾ -2 ਹੈ। ਇਸ ਲਈ ਇਹ 2 ਕੱਟਿਆ ਜਾਂਦਾ ਹੈ ਅਤੇ ਸਾਡੇ ਕੋਲ ਬਿਲਕੁਲ ਇਹ ਕੈਰੈਕਟਰਿਸਟਿਕ ਇਕੁਏਸ਼ਨ ਹੈ ਜੋ ਲੈਂਬਡਾ ਟਾਈਮਸ ਇਸ ਲੈਂਬਡਾ -3 ਹੈ। ਇਸ ਲਈ ਇੱਥੇ ਸਾਡੇ ਕੋਲ ਇਹ ਕੈਰੈਕਟਰਿਸਟਿਕ ਇਕੁਏਸ਼ਨ ਹੈ ਜੋ ਦੱਸਦੀ ਹੈ ਕਿ ਇੱਥੇ 2 ਆਈਗਨ ਵੈਲਿਊਜ਼ ਲੈਂਬਡਾ ਬਰਾਬਰ 0 ਅਤੇ ਲੈਂਬਡਾ ਬਰਾਬਰ 3 ਹਨ। ਇਸ ਲਈ ਇੱਥੇ ਆਈਗਨ ਵੈਲਿਊਜ਼ ਲੈਂਬਡਾ ਬਰਾਬਰ 0 ਅਤੇ ਲੈਂਬਡਾ ਬਰਾਬਰ 3 ਹਨ। ਇਸ ਲਈ ਹੁਣ ਅਸੀਂ ਪਹਿਲੀ ਆਈਗਨ ਵੈਲਿਊ ਲੈਂਬਡਾ 1 ਦੇ ਅਨੁਸਾਰੀ ਆਈਗਨ ਵੈਕਟਰਾਂ ਨੂੰ ਕੰਪਿਊਟ ਕਰਾਂਗੇ ਜੋ ਕਿ ਇੱਥੇ 0 ਹੈ। ਸਾਨੂੰ ਲੀਨੀਅਰ ਇਕੁਏਸ਼ਨ ਦੇ ਸਿਸਟਮ A ਮਾਈਨਸ ਲੈਂਬਡਾ x ਬਰਾਬਰ 0 ਨੂੰ ਹੱਲ ਕਰਨਾ ਪਵੇਗਾ। ਲੈਂਬਡਾ 0 ਹੈ ਇਸ ਲਈ ਇਹ ਕੇਵਲ A ਹੈ। ਇਸ ਲਈ ਅਸੀਂ ਮੂਲ ਰੂਪ ਵਿੱਚ ਹੱਲ ਕਰ ਰਹੇ ਹਾਂ। ਇਹ 0 ਦੇ ਬਰਾਬਰ ਹੈ। ਅਸੀਂ ਇਸ x ਬਰਾਬਰ 0 ਦੀ ਨਲ ਸਪੇਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਨਲ ਸਪੇਸ ਦਾ ਜਨਰੇਟਰ ਜਾਂ ਇਸ ਨਲ ਸਪੇਸ ਦੇ ਕਿਸੇ ਵੀ ਬੇਸਿਸ ਦਾ ਬੇਸਿਸ ਆਈਗਨ ਵੈਕਟਰ ਹੋਵੇਗਾ। ਇਸ ਲਈ ਇੱਥੇ ਇਸੇ ਨੂੰ ਪ੍ਰਾਪਤ ਕਰਦੇ ਹੋਏ ਸਾਨੂੰ ਇੱਥੇ ਸਕੁਏਅਰ ਰੂਟ 2 ਅਤੇ ਸਕੁਏਅਰ ਰੂਟ 2 ਅਤੇ 1 ਕਰਨਾ ਪਵੇਗਾ। ਇੱਥੇ ਫਿਰ ਵੈਕਟਰ x1 x2 0 ਦੇ ਬਰਾਬਰ ਹੈ। ਇਸ ਲਈ ਸਾਨੂੰ ਇਸ ਇਕੁਏਸ਼ਨ ਨੂੰ ਹੱਲ ਕਰਨ ਦੀ ਲੋੜ ਹੈ ਤਾਂ ਇਸ ਨੂੰ ਪ੍ਰਾਪਤ ਕਰਨਾ ਪਵੇਗਾ। ਆਓ ਅਸੀਂ ਸਿਰਫ ਇੱਥੇ ਲੈਂਦੇ ਹਾਂ ਤਾਂ ਇਹ 2 ਅਤੇ ਸਕੁਏਅਰ ਰੂਟ 2 ਉਹ ਪਹਿਲੀ ਰੋ ਜਿਸ ਨੂੰ ਅਸੀਂ ਇਸ ਤਰ੍ਹਾਂ ਰੱਖ ਸਕਦੇ ਹਾਂ। ਦੂਜਾ ਸਕੁਏਅਰ ਰੂਟ 2 ਅਤੇ 1 ਹੈ। ਇਸ ਲਈ ਅਸੀਂ 0 ਬਣਾਉਣਾ ਚਾਹੁੰਦੇ ਹਾਂ। ਇਸ ਲਈ ਅਸੀਂ ਪਹਿਲੀ ਰੋ ਨੂੰ ਉਦਾਹਰਨ ਲਈ ਸਕੁਏਅਰ ਰੂਟ 2 ਦੁਆਰਾ ਡਿਵਾਈਡ ਕਰ ਸਕਦੇ ਹਾਂ ਅਤੇ ਇਹ ਫਿਰ 0 ਹੋਣਗੇ ਅਤੇ ਇੱਥੇ 1 ਤਾਂ ਇਹ ਵੀ 0 ਹੋਵੇਗਾ। ਇਸ ਲਈ ਇਹ ਰੋ ਦਿੱਤੇ ਗਏ ਮੈਟ੍ਰਿਕਸ ਦੇ ਇੱਕ ਐਸ਼ਲੋਨ ਫਾਰਮ ਨੂੰ ਰਿਡਿਊਸ ਕਰਦੀ ਹੈ ਤਾਂ ਸਾਡੇ ਕੋਲ ਮੂਲ ਰੂਪ ਵਿੱਚ ਇਹ ਪਹਿਲੀ ਇਕੁਏਸ਼ਨ ਹੈ ਜੋ ਕਹਿੰਦੀ ਹੈ ਕਿ 2x1 A ਮਾਈਨਸ ਸਕੁਏਅਰ ਰੂਟ 2x 2 0 ਦੇ ਬਰਾਬਰ ਹੈ ਅਤੇ ਸਾਡੇ ਕੋਲ ਇੱਕ ਫਰੀ ਵੇਰੀਏਬਲ ਹੈ ਜਿਸ ਨੂੰ ਅਸੀਂ ਜੋ ਵੀ ਚਾਹੀਏ ਲੈ ਸਕਦੇ ਹਾਂ। ਇਸ ਲਈ ਅਸੀਂ ਇਸ x2 ਨੂੰ ਇੱਕ ਫਰੀ ਵੇਰੀਏਬਲ ਲੈਂਦੇ ਹਾਂ ਕਿਉਂਕਿ ਸਾਡੇ ਨੋਟੇਸ਼ਨਾਂ ਦੇ ਅਨੁਸਾਰ ਇੱਥੇ ਇਹ ਪਹਿਲਾ ਪਿਵਟ ਹੈ। ਇਹ x1 ਫਰੀ ਨਹੀਂ ਹੈ ਅਤੇ ਫਿਰ ਅਸੀਂ x2 ਨੂੰ ਫਰੀ ਦੇ ਰੂਪ ਵਿੱਚ ਲੈ ਸਕਦੇ ਹਾਂ ਪਰ ਕਿਸੇ ਵੀ ਸਥਿਤੀ ਵਿੱਚ ਅਸੀਂ ਇਹਨਾਂ ਵਿੱਚੋਂ ਕੋਈ ਵੀ ਇੱਕ ਲੈ ਸਕਦੇ ਹਾਂ ਅਤੇ ਦੂਜਾ ਚੁਣੇ ਹੋਏ ਨੰਬਰ ਤੇ ਨਿਰਭਰ ਕਰੇਗਾ। ਇਸ ਲਈ ਇੱਥੇ x2 ਨੂੰ ਅਸੀਂ ਚੁਣ ਸਕਦੇ ਹਾਂ ਅਤੇ ਫਿਰ ਅਸੀਂ x1 ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਇਹਨਾਂ ਬਹੁਤ ਸਾਰੀਆਂ ਸੰਭਾਵਨਾਵਾਂ ਵਿੱਚੋਂ ਅਸੀਂ ਸਿਰਫ ਇੱਕ ਵੈਕਟਰ ਚੁਣ ਸਕਦੇ ਹਾਂ ਜੋ ਅਸੀਂ ਇੱਥੇ ਉਦਾਹਰਨ ਲਈ ਕੀਤਾ ਹੈ। x2 ਨੂੰ ਫਰੀ ਵੇਰੀਏਬਲ ਅਲਫਾ ਵਜੋਂ ਲਿਆ ਗਿਆ ਸੀ ਅਤੇ ਫਿਰ x1 ਸਾਡੇ ਸਕੁਏਅਰ ਰੂਟ ਮਾਈਨਸ ਸਾਈਨ ਦੇ ਰੂਪ ਵਿੱਚ ਆ ਰਿਹਾ ਹੈ ਜਾਂ ਇਸ ਦੇ ਕਿਸੇ ਵੀ ਗੁਣਜ ਨੂੰ ਅਸੀਂ ਉਦਾਹਰਨ ਲਈ ਮਲਟੀਪਲਾਈ ਬਾਏ ਸਕੁਏਅਰ ਰੂਟ 2 ਕਰ ਸਕਦੇ ਹਾਂ ਤਾਂ ਅਸੀਂ ਇੱਥੇ ਵੈਕਟਰ ਨੂੰ ਮਾਈਨਸ ਸਾਈਨ ਨਾਲ ਸਕੁਏਅਰ ਰੂਟ 2 ਅਤੇ ਫਿਰ ਸਕੁਏਅਰ ਰੂਟ A ਨੂੰ ਲੈ ਸਕਦੇ ਹਾਂ। ਇੱਥੇ ਜਦੋਂ ਅਸੀਂ 2 ਸਕੁਏਅਰ ਰੂਟ 2 ਦੋਨਾਂ ਨੂੰ ਇਸ ਤਰ੍ਹਾਂ ਗੁਣਾ ਕਰਦੇ ਹਾਂ ਇਹ 1 ਬਣ ਜਾਵੇਗਾ। ਇਸ ਲਈ ਇਹ ਵੈਕਟਰ ਵੀ ਅਸੀਂ -1 ਅਤੇ ਸਕੁਏਅਰ ਰੂਟ 2 ਲੈ ਸਕਦੇ ਹਾਂ ਜਾਂ ਅਸੀਂ 1 A ਮਾਈਨਸ ਸਕੁਏਅਰ ਰੂਟ 2 ਲੈ ਸਕਦੇ ਹਾਂ। ਇਸ ਲਈ ਅਸੀਂ ਇੱਥੇ ਮਲਟੀਪਲਾਈ ਬਾਏ ਕਿਸੇ ਵੀ ਸੰਖਿਆ ਨੂੰ ਕਰ ਸਕਦੇ ਹਾਂ ਜੋ ਇੱਥੇ ਇੱਕ ਵੈਕਟਰ ਜਾਂ ਦਿੱਤੀ ਗਈ ਇਕੁਏਸ਼ਨ ਦੇ ਆਈਗਨ
ਵੈਕਟਰਾਂ ਦਾ ਕੈਰੇਕਟਰਿਸਟਿਕ ਹੋਵੇਗਾ। ਇਸ ਲਈ ਇੱਥੇ ਇੱਕ ਕੈਰੇਕਟਰਿਸਟਿਕ ਵੈਕਟਰ ਜਾਂ ਆਈਗਨ ਵੈਕਟਰ ਜੋ ਅਸੀਂ ਲੈਂਬਡਾ 1 ਬਰਾਬਰ 0 ਦੇ ਅਨੁਸਾਰੀ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਅਸੀਂ ਲੈਂਬਡਾ 2 ਬਰਾਬਰ 3 ਦੇ ਅਨੁਸਾਰੀ ਆਈਗਨ ਵੈਕਟਰਾਂ ਨੂੰ ਵੀ ਦੇਖ ਸਕਦੇ ਹਾਂ। ਇਸ ਲਈ ਸਾਨੂੰ ਦੁਬਾਰਾ ਇਸ ਸਿਸਟਮ ਆਫ ਇਕੁਏਸ਼ਨ A ਮਾਈਨਸ ਲੈਂਬਡਾ I x ਬਰਾਬਰ 0 ਨੂੰ ਹੱਲ ਕਰਨਾ ਹੋਵੇਗਾ ਇਸ ਟਾਈਮ, ਅਤੇ ਫਿਰ ਇਸ ਤਰ੍ਹਾਂ ਦੁਬਾਰਾ ਇਸ ਲੈਂਬਡਾ ਨੂੰ ਇਸ ਮੈਟ੍ਰਿਕਸ A ਤੋਂ ਘਟਾਇਆ ਜਾਵੇਗਾ। ਇਸ ਲਈ ਇਸ ਸਿਸਟਮ ਆਫ ਇਕੁਏਸ਼ਨ ਲਈ ਕੋਫੀਸ਼ੀਐਂਟਡ ਮੈਟ੍ਰਿਕਸ ਲਈ ਇੱਥੇ ਮੈਟ੍ਰਿਕਸ ਹੋਵੇਗਾ, ਅਤੇ ਫਿਰ ਸਾਨੂੰ ਇਸ ਦਾ ਸੋਲਿਊਸ਼ਨ ਪ੍ਰਾਪਤ ਕਰਨਾ ਪਵੇਗਾ, ਜਿਸ ਵਿੱਚੋਂ ਅਸੀਂ ਦੂਜੀ ਰੋ ਦੇ ਕਾਰਨ ਦੁਬਾਰਾ ਇੱਕ ਦੀ ਚੋਣ ਕਰ ਸਕਦੇ ਹਾਂ। ਇਸ ਲਈ ਜਦੋਂ ਅਸੀਂ ਪਹਿਲੀ ਇਕੁਏਸ਼ਨ ਨੂੰ ਸਕੁਏਅਰ ਰੂਟ 2 ਨਾਲ ਗੁਣਾ ਕਰਦੇ ਹਾਂ ਅਤੇ ਫਿਰ ਫਾਰਮ ਨੂੰ ਸਬਟਰੈਕਟ ਕਰਦੇ ਹਾਂ ਤਾਂ ਦੂਜੀ ਰੋ 0 ਹੋਵੇਗੀ। ਇਸ ਲਈ ਇਸ ਦੇ ਅਨੁਸਾਰੀ ਰੋ ਰਿਡਿਊਸ ਫਾਰਮ -1 ਸਕੁਏਅਰ ਰੂਟ ਤੋਂ 0 ਹੋਵੇਗੀ, ਅਤੇ ਹੁਣ ਦੀ ਫਾਰਮ ਅਸੀਂ ਇਸ x2 ਵੇਰੀਏਬਲ ਨੂੰ ਅਲਫਾ ਵਜੋਂ ਚੁਣ ਸਕਦੇ ਹਾਂ। ਅਤੇ ਫਿਰ ਇੱਥੇ x1 ਇਸ ਪਹਿਲੀ ਇਕੁਏਸ਼ਨ -x1 ਸਕੁਏਅਰ ਰੂਟ 2 x2 ਤੋਂ 0 ਹੈ। ਇਸ ਦਾ ਮਤਲਬ ਹੈ ਕਿ x1 ਸਕੁਏਅਰ ਰੂਟ 2 x2 ਅਲਫਾ ਹੈ। ਇਸ ਲਈ ਅਸੀਂ ਇੱਥੇ x1 ਨੂੰ ਸਕੁਏਅਰ ਰੂਟ 2 ਅਲਫਾ ਵਜੋਂ ਲਿਆ ਹੈ, ਜੋ ਅਸੀਂ ਇਸ ਰੂਪ ਵਿੱਚ ਲਿਖਿਆ ਹੈ। x1 ਦਾ ਸੋਲਿਊਸ਼ਨ ਸਕੁਏਅਰ ਰੂਟ 2 ਅਲਫਾ ਅਤੇ x2 ਅਲਫਾ ਹੈ। ਇਸ ਲਈ ਇਹ ਇੱਥੇ ਇੱਕ ਹੋਰ ਵੈਕਟਰ ਹੈ। ਇਸ ਸਕੁਏਅਰ ਰੂਟ 2 ਦੇ ਕਿਸੇ ਵੀ ਗੁਣਜ ਨੂੰ ਅਸੀਂ ਅਤੇ ਆਈਗਨ ਵੈਕਟਰਾਂ ਵਜੋਂ ਲੈ ਸਕਦੇ ਹਾਂ। ਇਸ ਲਈ ਇਸ ਸਥਿਤੀ ਵਿੱਚ ਆਈਗਨ ਵੈਕਟਰ 0 ਇਸ -1 ਅਤੇ ਸਕੁਏਅਰ ਰੂਟ 2 ਦੇ ਅਨੁਸਾਰੀ ਹਨ, ਅਤੇ ਇੱਥੇ ਸਾਡੇ ਕੋਲ ਇੱਕ A ਸਕੁਏਅਰ ਰੂਟ 2 ਅਤੇ 1 ਹੈ। ਦੁਬਾਰਾ ਅਸੀਂ ਨੋਟ ਕਰ ਸਕਦੇ ਹਾਂ ਕਿ ਇਹ ਆਈਗਨ ਵੈਕਟਰ ਲੀਨੀਅਰਲੀ ਇੰਡੀਪੈਂਡੈਂਟ ਹਨ, ਅਤੇ ਜਿਵੇਂ ਕਿ ਮੈਂ ਪਿਛਲੇ ਲੈਕਚਰ ਵਿੱਚ ਕਿਹਾ ਸੀ ਕਿ ਅਸੀਂ ਬਾਕਾਇਦਾ ਇਸ ਨਤੀਜੇ ਦਾ ਪ੍ਰੂਫ ਵੀ ਦੇਵਾਂਗੇ ਕਿ ਡਿਸਟਿੰਕਟ ਆਈਗਨ ਵੈਲਿਊਜ਼ ਦੇ ਅਨੁਸਾਰੀ ਸਾਡੇ ਕੋਲ ਇਹ ਆਈਗਨ ਵੈਕਟਰ ਹਨ। ਸੈਟ ਲੀਨੀਅਰਲੀ ਡਿਪੈਂਡੈਂਟ ਹੁੰਦਾ ਹੈ। ਆਈਗਨ ਵੈਕਟਰਾਂ ਦਾ ਸੈਟ ਲੀਨੀਅਰਲੀ ਇੰਡੀਪੈਂਡੈਂਟ ਹੁੰਦਾ ਹੈ ਜਾਂ ਡਿਸਟਿੰਕਟ ਆਈਗਨ ਵੈਲਿਊਜ਼ ਦੇ ਅਨੁਸਾਰੀ ਆਈਗਨ ਵੈਕਟਰ ਹਮੇਸ਼ਾ ਲੀਨੀਅਰਲੀ ਇੰਡੀਪੈਂਡੈਂਟ ਹੁੰਦੇ ਹਨ। ਇਸ ਲਈ ਅਸੀਂ ਇੱਥੇ ਇਹ ਵੀ ਦੇਖ ਸਕਦੇ ਹਾਂ ਕਿ ਇਹ ਦੋਵੇਂ ਵੈਕਟਰ ਲੀਨੀਅਰਲੀ ਇੰਡੀਪੈਂਡੈਂਟ ਹਨ। ਇੱਕ ਹੋਰ ਸਮੱਸਿਆ ਇਹ 3x3 ਮੈਟ੍ਰਿਕਸ ਹੈ। ਇਸ ਲਈ 3-2 0 ਅਤੇ ਆਦਿ। ਇਸ ਤਰ੍ਹਾਂ ਇੱਥੇ ਦੁਬਾਰਾ ਅਸੀਂ ਇਸ ਦਿੱਤੇ ਮੈਟ੍ਰਿਕਸ ਦੀ ਆਈਗਨ ਵੈਲਿਊ ਅਤੇ ਆਈਗਨ ਵੈਕਟਰ ਪਤਾ ਕਰਨਾ ਚਾਹੁੰਦੇ ਹਾਂ, ਜੋ ਕਿ ਹੁਣ 3x3 ਹੈ। ਇਸ ਲਈ ਸਾਨੂੰ ਦੁਬਾਰਾ ਇਹਨਾਂ ਕਦਮਾਂ ਦੀ ਪਾਲਣਾ ਕਰਨੀ ਪਵੇਗੀ ਕਿ ਪਹਿਲਾਂ ਸਾਨੂੰ ਕੈਰੇਕਟਰਿਸਟਿਕ ਇਕੁਏਸ਼ਨ ਨੂੰ ਲਿਖਣਾ ਪਵੇਗਾ। ਉੱਥੋਂ ਅਸੀਂ ਆਈਗਨ ਵੈਲਿਊਜ਼ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਕੈਰੇਕਟਰਿਸਟਿਕ ਇਕੁਏਸ਼ਨ ਇਸ A ਮਾਈਨਸ ਲੈਂਬਡਾ I ਦਾ ਡਿਟਰਮੀਨੈਂਟ ਹੋਵੇਗੀ। ਇਸ ਲਈ ਸਾਨੂੰ ਇਸ ਲੈਂਬਡਾ ਨੂੰ ਸਾਰੀਆਂ ਡਾਇਗੋਨਲ ਐਂਟਰੀਆਂ ਤੋਂ ਸਬਟਰੈਕਟ ਕਰਨਾ ਹੋਵੇਗਾ, ਜੋ ਕਿ ਉੱਥੇ 3 ਅਤੇ 5 ਹਨ। ਇਸ ਲਈ ਇਹ ਇਸ ਮੈਟ੍ਰਿਕਸ ਦੀ ਕੈਰੇਕਟਰਿਸਟਿਕ ਇਕੁਏਸ਼ਨ ਹੈ, ਅਤੇ ਫਿਰ ਸਾਨੂੰ ਇਸ ਡਿਟਰਮੀਨੈਂਟ ਦਾ ਮੁਲਾਂਕਣ ਕਰਨਾ ਪਵੇਗਾ, ਜੋ ਇੰਨਾ ਮੁਸ਼ਕਲ ਨਹੀਂ ਹੈ। ਇਸ ਲਈ ਸਾਡੇ ਕੋਲ ਇੱਥੇ 3 ਮਾਈਨਸ ਲੈਂਬਡਾ ਹੈ, ਅਤੇ ਇਹ ਹੁਣ ਇਸ 3 ਮਾਈਨਸ ਲੈਂਬਡਾ ਇਨਟੂ ਇਸ 5 ਨਾਲ ਗੁਣਾ ਹੋਵੇਗਾ। ਮਾਈਨਸ ਲੈਂਬਡਾ ਅਤੇ -0 ਇਸ ਲਈ ਇਹ ਹੋ ਗਿਆ ਹੈ, ਅਤੇ ਫਿਰ ਸਾਡੇ ਕੋਲ ਇਹ -+2 ਹੈ। ਇਸ ਲਈ ਇਹ ਫਿਰ -2 ਟਾਈਮਸ 5 ਮਾਈਨਸ ਲੈਂਬਡਾ ਹੋਵੇਗਾ, ਅਤੇ ਫਿਰ ਬਾਕੀ 0 ਹੋ ਜਾਵੇਗਾ। ਇਸ ਲਈ ਇੱਥੇ ਅਤੇ ਫਿਰ ਇਸ ਤਰ੍ਹਾਂ ਇਹ ਇਸ ਡਿਟਰਮੀਨੈਂਟ ਦੀ ਵੈਲਿਊ ਹੈ ਜੋ 0 ਹੋਣੀ ਚਾਹੀਦੀ ਹੈ। ਫਿਰ ਇਸ 5 ਮਾਈਨਸ ਲੈਂਬਡਾ ਨੂੰ ਅਸੀਂ ਦੋਵਾਂ ਟਰਮਜ਼ ਤੋਂ ਕਾਮਨ ਲੈ ਸਕਦੇ ਹਾਂ। ਇਸ ਲਈ ਇੱਥੇ ਅਸੀਂ ਇਹ 9 ਪ੍ਰਾਪਤ ਕਰਾਂਗੇ, ਅਤੇ ਫਿਰ ਸਾਡੇ ਕੋਲ ਇਹ -3 ਲੈਂਬਡਾ ਵੀ ਹੈ। ਇਸ ਲਈ -6 ਲੈਂਬਡਾ ਪਲੱਸ ਲੈਂਬਡਾ ਸਕੁਏਅਰ। ਇਸ ਲਈ -6 ਲੈਂਬਡਾ ਪਲੱਸ ਲੈਂਬਡਾ ਸਕੁਏਅਰ ਤਾਂ 3 ਮਾਈਨਸ ਲੈਂਬਡਾ ਹੋਲ ਸਕੁਏਅਰ ਹੈ। ਇਸ ਲਈ ਅਤੇ ਫਿਰ ਸਾਡੇ ਕੋਲ ਇੱਥੇ ਇਹ 4 ਟਰਮ -2 z ਇਹ 4 ਹੈ। ਇਸ ਲਈ ਇੱਥੇ ਇਹ ਕੈਰੇਕਟਰਿਸਟਿਕ ਇਕੁਏਸ਼ਨ ਹੈ ਜਿਸ ਨਾਲ ਅਸੀਂ ਦੁਬਾਰਾ ਦੂਜੀ ਟਰਮ ਨੂੰ ਫੈਕਟਰਾਈਜ਼ ਕਰ ਸਕਦੇ ਹਾਂ। ਤਾਂ ਇੱਥੇ 5 ਮਾਈਨਸ ਲੈਂਬਡਾ ਅਤੇ ਇਹ ਲੈਂਬਡਾ ਸਕੁਏਅਰ -6 ਲੈਂਬਡਾ ਹੈ, ਅਤੇ ਇਹ 5 ਹੈ। ਇਸ ਲਈ ਸਾਨੂੰ ਇੱਥੇ ਇਹ 5 ਮਾਈਨਸ ਲੈਂਬਡਾ ਇਹ ਵੈਕਟਰ ਮਿਲਿਆ ਹੈ, ਅਤੇ ਫਿਰ ਇਹ ਲੈਂਬਡਾ -5 ਅਤੇ ਲੈਂਬਡਾ -1 ਹੈ। ਇਸ ਲਈ 0 ਦੇ ਬਰਾਬਰ ਹੈ, ਤਾਂ ਕਿ ਕੈਰੇਕਟਰਿਸਟਿਕ ਇਕੁਏਸ਼ਨ ਵੇਖੋ। ਉੱਥੋਂ ਅਸੀਂ ਸਮੀਕਰਨਾਂ ਦੇ ਮੂਲ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਸਾਡੇ ਕੋਲ ਇਹ 5 ਮਾਈਨਸ ਲੈਂਬਡਾ -5 ਇਹ ਹੋਲ ਸਕੁਏਅਰ ਹੈ, ਅਤੇ ਇਹ ਸਾਡੇ ਕੋਲ ਇਹ ਲੈਂਬਡਾ -1 ਦੂਜੇ ਵੈਕਟਰ ਹਨ। ਇਸ ਲਈ ਕੈਰੇਕਟਰਿਸਟਿਕ
ਇੱਕ ਕੈਰੈਕਟਰਿਸਟਿਕ ਇਕੁਏਸ਼ਨ ਹੈ ਜੋ ਕਿ ਸਾਡੇ ਕੋਲ ਮੂਲ ਰੂਪ ਵਿੱਚ ਦੋ ਡਿਸਟਿੰਕਟ ਆਈਗਨ ਵੈਲਿਊਜ਼ ਹਨ। ਇੱਕ ਲੈਂਬਡਾ ਬਰਾਬਰ 1 ਹੈ, ਦੂਜੀ 5 ਹੈ, ਜੋ 2 ਟਾਈਮਸ ਦੁਹਰਾਈ ਜਾਂਦੀ ਹੈ। ਇਸ ਲਈ ਆਈਗਨ ਵੈਲਿਊਜ਼ ਹੁਣ 1 ਅਤੇ 5 ਹਨ। ਇਹ ਦੋ ਆਈਗਨ ਵੈਲਿਊਜ਼ ਹਨ ਅਤੇ ਸਾਨੂੰ ਹਰੇਕ ਦੇ ਅਨੁਸਾਰੀ ਆਈਗਨ ਵੈਕਟਰਾਂ ਨੂੰ ਕੰਪਿਊਟ ਕਰਨ ਦੀ ਲੋੜ ਹੈ। ਇਸ ਲਈ ਜਦੋਂ ਅਸੀਂ ਇਸ ਲੈਂਬਡਾ 1 ਨੂੰ 1 ਦੇ ਬਰਾਬਰ ਲੈਂਦੇ ਹਾਂ ਤਾਂ ਅਸੀਂ ਇਸ ਸਿਸਟਮ ਆਫ ਇਕੁਏਸ਼ਨ A ਮਾਈਨਸ ਲੈਂਬਡਾ Ix ਬਰਾਬਰ 0 ਨੂੰ ਕੀ ਪ੍ਰਾਪਤ ਕਰਦੇ ਹਾਂ, ਅਤੇ ਸਾਡੀ ਇਹ ਇੱਥੇ 3-2 ਅਤੇ -2 3-0-0-5 ਸੀ। ਇਸ ਲਈ ਇੱਥੇ 1 ਇਹ ਲੈਂਬਡਾ I ਅਤੇ ਲੈਂਬਡਾ ਹੁਣ 1 ਹੈ। ਇਸ ਤਰ੍ਹਾਂ 1 ਨੂੰ ਡਾਇਗੋਨਲ ਤੋਂ ਘਟਾਇਆ ਜਾਵੇਗਾ ਅਤੇ ਇਹ ਇੱਥੇ ਇਸ 2-2 0 ਦੇ ਨਾਲ ਸਾਡਾ ਮੈਟ੍ਰਿਕਸ ਹੋਵੇਗਾ ਅਤੇ ਇਹ ਦੁਬਾਰਾ 2 ਹੈ। ਇੱਥੇ ਡਾਇਗੋਨਲ ਐਂਟਰੀਆਂ 1 ਨਾਲ ਘਟਾਈਆਂ ਗਈਆਂ ਹਨ। ਸਾਡੇ ਕੋਲ ਇਹ ਮੈਟ੍ਰਿਕਸ ਹੈ ਜਿਸ ਨੂੰ ਅਸੀਂ ਹੁਣ ਇੱਥੇ ਸਿਸਟਮ ਨੂੰ ਹੱਲ ਕਰਨਾ ਚਾਹੁੰਦੇ ਹਾਂ ਅਤੇ ਸਾਨੂੰ ਰਿਡਿਊਸਡ ਐਸ਼ਲੋਨ ਫਾਰਮ ਨੂੰ ਪ੍ਰਾਪਤ ਕਰਨ ਦੀ ਲੋੜ ਹੈ। ਤਾਂ ਇੱਥੇ 2-2 ਅਤੇ 0 ਹੈ। ਇੱਥੇ ਅਸੀਂ ਇਸ ਨੂੰ 0 ਬਣਾਉਣਾ ਚਾਹੁੰਦੇ ਹਾਂ ਤਾਂ ਜੋ ਅਸੀਂ ਸਿਰਫ ਰੋ ਨੰਬਰ 1 ਨੂੰ ਜੋੜ ਸਕੀਏ। ਇਸ ਲਈ ਇਹ 0 ਹੈ ਅਤੇ ਇਹ 0 ਬਣ ਜਾਵੇਗਾ ਅਤੇ ਇਹ 0 ਹੈ ਤਾਂ ਇੱਥੇ 0-0-4 ਹੈ। ਇਹ ਰੋ ਰਿਡਿਊਸ ਫਾਰਮ ਦਾ ਇੱਕ ਸਟੈਪ ਹੈ ਅਤੇ ਹੁਣ ਅਸੀਂ ਇਹਨਾਂ ਦੋ ਰੋਆਂ ਨੂੰ ਇੰਟਰਚੇਂਜ ਸਕਦੇ ਹਾਂ। ਇਸ ਤਰ੍ਹਾਂ ਸਾਨੂੰ 2-2 0-0 ਮਿਲੇਗਾ ਅਤੇ ਇਹ 4 ਅਤੇ ਆਖਰੀ ਰੋ 0 ਰੋ ਹੋਵੇਗੀ। ਇਸ ਲਈ ਸਾਡੇ ਕੋਲ ਇਹ ਹੈ। ਇਸ ਲਈ ਸਾਡੇ ਕੋਲ ਪਹਿਲੇ ਕਾਲਮ ਵਿੱਚ ਇੱਥੇ ਪਿਵਟ ਹੈ ਜੋ ਸਾਡੇ ਕੋਲ ਤੀਜੇ ਕਾਲਮ ਵਿੱਚ ਪਿਵਟ ਹੈ। ਦੂਜਾ ਇਸ ਤਰ੍ਹਾਂ 2x2 ਦੇ ਅਨੁਸਾਰੀ ਇੱਥੇ ਅਸੀਂ ਇੱਕ ਫਰੀ ਵੇਰੀਏਬਲ ਵਜੋਂ ਚੁਣ ਸਕਦੇ ਹਾਂ ਅਤੇ ਫਿਰ x1 ਅਤੇ x3 ਨੂੰ ਇਸ ਇੱਕ ਫਰੀ ਵੇਰੀਏਬਲ ਦੇ ਆਧਾਰ ਤੇ ਕੰਪਿਊਟ ਕੀਤਾ ਜਾਵੇਗਾ। ਇਸ ਲਈ ਇੱਥੇ ਦੂਜੀ ਇਕੁਏਸ਼ਨ ਹਾਲਾਂਕਿ ਸੁਝਾਅ ਦਿੰਦੀ ਹੈ ਕਿ x3 0 ਹੈ ਕਿਉਂਕਿ ਇਹ ਦੂਜੀ ਇਕੁਏਸ਼ਨ ਹੁਣ 4 ਟਾਈਮਸ x3 0 ਹੈ। ਇਸ ਲਈ ਜੋ ਦੱਸਦੀ ਹੈ ਕਿ x3 ਹਮੇਸ਼ਾ 0 ਹੁੰਦਾ ਹੈ ਅਤੇ ਫਿਰ x2 ਇੱਕ ਫਰੀ ਵੇਰੀਏਬਲ ਹੈ। ਇਸ ਲਈ ਅਸੀਂ ਕੋਈ ਵੀ ਅਲਫਾ ਲੈ ਸਕਦੇ ਹਾਂ ਅਤੇ ਫਿਰ ਇਕੁਏਸ਼ਨ ਨੰਬਰ 1 ਤੋਂ ਜੋ ਕਹਿੰਦੀ ਹੈ ਕਿ 2x1 2x2 ਦੇ ਬਰਾਬਰ ਹੈ। ਇਸ ਲਈ ਇਹ x2 ਫਰੀ ਵੇਰੀਏਬਲ ਹੈ। ਇਸ ਲਈ ਇੱਥੇ x1 ਵੀ ਅਲਫਾ ਹੈ ਕਿਉਂਕਿ x1 ਅਤੇ x2 ਦੋਵੇਂ ਬਰਾਬਰ ਹਨ। ਇਸ ਲਈ ਸਾਡੇ ਕੋਲ ਇੱਥੇ x1 ਅਲਫਾ x2 ਅਲਫਾ ਹੈ ਅਤੇ x3 ਸਾਰੀਆਂ ਸਥਿਤੀਆਂ ਵਿੱਚ 0 ਹੈ। ਤਾਂ ਅਸੀਂ ਕੀ ਪ੍ਰਾਪਤ ਕਰਦੇ ਹਾਂ? ਅਸੀਂ ਇਸ ਨੂੰ ਇਸ ਇਕੁਏਸ਼ਨ ਦੇ ਸੋਲਿਊਸ਼ਨ ਵਜੋਂ ਪ੍ਰਾਪਤ ਕਰਦੇ ਹਾਂ ਕਿ x1 x2 x3 ਅਲਫਾ ਟਾਈਮਸ 1 0 ਹੈ ਕਿਉਂਕਿ x1 ਅਲਫਾ x2 ਵੀ ਅਲਫਾ ਸੀ ਅਤੇ ਤੀਜਾ ਕੰਪੋਨੈਂਟ 0 ਹੋਣ ਜਾ ਰਿਹਾ ਹੈ। ਇਸ ਲਈ ਇਸ ਸਥਿਤੀ ਵਿੱਚ ਇਸ ਸਿਸਟਮ ਦਾ ਸੋਲਿਊਸ਼ਨ A ਅਲਫਾ ਟਾਈਮਸ 1 0 ਹੈ ਅਤੇ ਇਹ ਬਿਲਕੁਲ ਇਸ ਮੈਟ੍ਰਿਕਸ ਦੇ ਨਲ ਸਪੇਸ ਦਾ ਜਨਰੇਟਰ ਹੈ। ਇਸ ਲਈ ਅਸੀਂ ਇਸ ਨਲ ਸਪੇਸ ਵਿੱਚੋਂ ਕੋਈ ਵੀ ਵੈਕਟਰ ਕੋਈ ਵੀ ਨਾਨ-ਜ਼ੀਰੋ ਵੈਕਟਰ ਚੁਣ ਸਕਦੇ ਹਾਂ। ਇਸ ਲਈ ਅਸੀਂ 4 ਉਦਾਹਰਨਾਂ ਲੈ ਸਕਦੇ ਹਾਂ 1 1 0 ਜਾਂ ਇਸ ਦਾ ਕੋਈ ਗੁਣਜ। ਇਹ ਇਸ ਆਈਗਨ ਵੈਲਿਊ ਲੈਂਬਡਾ 1 ਬਰਾਬਰ 1 ਦੇ ਅਨੁਸਾਰੀ ਆਈਗਨ ਵੈਕਟਰ ਹੋਣਗੇ। ਦੂਜੀ ਵੱਲ ਵਧਦੇ ਹਾਂ ਤਾਂ ਸਾਡੇ ਕੋਲ ਇਹ ਲੈਂਬਡਾ 2 ਲੈਂਬਡਾ 3 ਦੇ ਬਰਾਬਰ ਹੈ। ਇੱਥੇ ਦੋ ਆਈਗਨ ਵੈਲਿਊਜ਼ ਬਰਾਬਰ ਹਨ ਜੋ 5 ਹਨ ਅਤੇ ਫਿਰ ਜੇਕਰ ਅਸੀਂ ਇਸ ਦਿੱਤੀ ਗਈ A ਲਈ ਸਿਸਟਮ ਆਫ ਇਕੁਏਸ਼ਨਸ ਨੂੰ ਸੈੱਟ ਕਰਦੇ ਹਾਂ ਜੋ ਕਿ ਇਸ ਸਥਿਤੀ ਵਿੱਚ ਹੋਵੇਗਾ ਕਿਉਂਕਿ 5 ਨੂੰ ਡਾਇਗੋਨਲ ਐਂਟਰੀ ਤੋਂ ਘਟਾਇਆ ਜਾਵੇਗਾ। ਇਸ ਲਈ ਅਸੀਂ ਇੱਥੇ -2 ਪ੍ਰਾਪਤ ਕਰਾਂਗੇ -2 ਅਤੇ ਆਖਰੀ ਐਂਟਰੀ ਡਾਇਗੋਨਲ ਐਂਟਰੀ 0 ਹੋਵੇਗੀ। ਇਸ ਲਈ ਸਾਡੇ ਕੋਲ ਇਹ ਸਿਸਟਮ ਹੈ ਅਤੇ ਹੁਣ ਇਹ ਦੇਖਣਾ ਦਿਲਚਸਪ ਹੈ ਕਿ ਅਸੀਂ ਇਸ ਰੋ ਤੱਕ ਘਟਾ ਕੇ ਇੱਕ ਐਸ਼ਲੋਨ ਫਾਰਮ ਨੂੰ ਬਹੁਤ ਆਸਾਨੀ ਨਾਲ ਰਿਡਿਊਸ ਕਰ ਸਕਦੇ ਹਾਂ। ਇੱਕ ਨੂੰ ਅਸੀਂ ਰੋ ਨੰਬਰ 2 ਤੋਂ ਰੋ ਨੰਬਰ 1 ਸਬਟਰੈਕਟ ਕਰਦੇ ਹਾਂ ਤਾਂ ਅਸੀਂ ਇੱਥੇ 0 0 ਅਤੇ 0 ਪ੍ਰਾਪਤ ਕਰਦੇ ਹਾਂ। ਦੁਬਾਰਾ ਇਹ 0 ਹੈ। ਇਸ ਲਈ ਇਹ ਰੋ ਇਸ ਮੈਟ੍ਰਿਕਸ ਦੇ ਅਨੁਸਾਰੀ ਇੱਕ ਐਸ਼ਲੋਨ ਫਾਰਮ ਨੂੰ ਰਿਡਿਊਸ ਕਰਦੀ ਹੈ ਜੋ ਸੁਝਾਅ ਦਿੰਦੀ ਹੈ ਕਿ ਸਾਡੇ ਕੋਲ ਇੱਥੇ ਪਿਵਟ ਐਲੀਮੈਂਟ ਹੈ ਅਤੇ ਇਹ ਇੱਕੋ ਇੱਕ ਪਿਵਟ ਐਲੀਮੈਂਟ ਹੈ। ਇਸ ਲਈ ਅਸੀਂ x2 ਚੁਣ ਸਕਦੇ ਹਾਂ ਅਤੇ ਅਸੀਂ x3 ਚੁਣ ਸਕਦੇ ਹਾਂ। ਅਸੀਂ ਇੱਥੇ ਜੋ ਵੀ ਪਸੰਦ ਕਰਦੇ ਹਾਂ ਆਓ ਇਸ ਅਲਫਾ 1 ਨੂੰ ਲੈ ਲਈਏ ਅਤੇ ਇੱਥੇ ਜੇ ਅਸੀਂ ਇਸ ਅਲਫਾ 2 ਨੂੰ ਲੈਂਦੇ ਹਾਂ ਫਿਰ ਇਸ ਇਕੁਏਸ਼ਨ 1 ਤੋਂ ਕੀ ਹੋਵੇਗਾ? ਸਾਡੇ ਕੋਲ -x1 ਅਤੇ -x2 ਇਹ 0 ਦੇ ਬਰਾਬਰ ਹੈ ਜਾਂ -2x 1 -2x2 0 ਦੇ ਬਰਾਬਰ ਹੈ। ਭਾਵ ਇਹ x1 x2 ਹੈ ਜੋ ਇਸ ਇਕੁਏਸ਼ਨ ਨੰਬਰ 1 ਤੋਂ ਆ ਰਿਹਾ ਹੈ। ਇਸ ਲਈ ਇਹ x1 x2 ਦਾ ਮਤਲਬ ਇਹ -α1 ਹੈ। ਇਸ ਲਈ ਸਾਡੇ ਕੋਲ ਹੁਣ
ਇੱਥੇ x1 x2 ਅਤੇ x3 ਅਲਫਾ 1 ਦੇ ਨਾਲ ਅਤੇ ਅਲਫਾ 2 ਦੇ ਨਾਲ x1 ਦੇ ਨਾਲ ਅਲਫਾ 1 ਵੈਕਟਰ ਹੈ। ਸਾਡੇ ਕੋਲ x2 ਵਿੱਚ -1 ਹੈ। ਸਾਡੇ ਕੋਲ ਇੱਥੇ ਕੰਪੋਨੈਂਟ ਵੀ ਹੈ। ਇਹ ਇੱਥੇ 0 ਹੈ। ਅਲਫਾ 2 ਦੇ ਨਾਲ ਦੁਬਾਰਾ ਸਾਡੇ ਕੋਲ x1 ਕੰਪੋਨੈਂਟ ਹੈ। x2 ਵਿੱਚ ਕੋਈ ਅਲਫਾ ਨਹੀਂ ਹੈ ਅਤੇ ਇੱਥੇ ਕੋਈ ਅਲਫਾ 2 ਨਹੀਂ ਹੈ ਅਤੇ ਇੱਥੇ ਸਾਡੇ ਕੋਲ ਇਹ 1 ਹੈ। ਇਸ ਲਈ ਇਹ ਸਿਸਟਮ ਆਫ ਇਕੁਏਸ਼ਨ x1 x2 x3 ਦਾ ਸੋਲੂਸ਼ਨ ਅਲਫਾ 1 ਟਾਈਮਸ -1 1 0 ਹੈ ਅਤੇ ਅਲਫਾ 2 ਟਾਈਮਸ ਇਹ 0 0 0 1 ਹੈ। ਇਹ ਹੋਣ ਕਰਕੇ ਸਾਡੇ ਕੋਲ ਜੋ ਕੁਝ ਹੈ ਉਹ ਇੱਥੇ ਲਿਖਿਆ ਗਿਆ ਹੈ। ਇਸ ਲਈ x2 ਅਸੀਂ ਇਸ ਫਰੀ ਵੇਰੀਏਬਲ ਨੂੰ ਚੁਣਿਆ ਹੈ। x3 ਵੀ ਫਰੀ ਵੇਰੀਏਬਲ ਹੈ ਅਤੇ x1 ਇਸ ਅਲਫਾ 1 ਵਜੋਂ ਆ ਰਿਹਾ ਹੈ ਜਿਸ ਦਾ ਅਸੀਂ ਮੁਲਾਂਕਣ ਕੀਤਾ ਹੈ ਅਤੇ ਇਹ ਹੁਣ ਸੋਲੂਸ਼ਨ ਹੈ ਜੋ ਅਸੀਂ ਪਹਿਲਾਂ ਹੀ ਲਿਖਿਆ ਹੈ। ਇਸ ਲਈ ਇੱਥੇ ਸਾਡੇ ਕੋਲ ਇਹ ਦੋ ਜਨਰੇਟਰ -1 1 0 ਅਤੇ ਅਲਫਾ 2 0 0 1 ਹਨ। ਇਸ ਲਈ ਤੁਸੀਂ ਇਸ ਸਥਿਤੀ ਵਿੱਚ ਕੀ ਦੇਖਦੇ ਹੋ ਕਿ ਅਸੀਂ ਇਹ ਪ੍ਰਾਪਤ ਕਰ ਰਹੇ ਹਾਂ? ਜਾਂ ਤਾਂ ਇੱਕ ਦਿੱਤੇ ਗਏ ਸਿਸਟਮ ਆਫ ਇਕੁਏਸ਼ਨ ਵਜੋਂ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੰਤੁਸ਼ਟ ਕਰ ਰਿਹਾ ਹੈ। ਇਸ ਲਈ ਇੱਥੇ -1 1 0 ਦਿੱਤੀ ਗਈ ਇਕੁਏਸ਼ਨ ਨੂੰ ਸੰਤੁਸ਼ਟ ਕਰਦਾ ਹੈ। 0 0 1 ਵੀ ਦਿੱਤੀ ਗਈ ਇਕੁਏਸ਼ਨ ਨੂੰ ਸੰਤੁਸ਼ਟ ਕਰ ਰਹੀ ਹੈ ਅਤੇ ਇਹ ਦੋਵੇਂ ਲੀਨੀਅਰਲੀ ਇੰਡੀਪੈਂਡੈਂਟ ਵੀ ਹਨ ਜੋ ਅਸੀਂ ਸਟਰਕਚਰ ਤੋਂ ਹੀ ਦੇਖ ਸਕਦੇ ਹਾਂ। ਕੋਈ ਵੀ ਲੀਨੀਅਰ ਕੰਬੀਨੇਸ਼ਨ ਜਿਵੇਂ ਕਿ ਅਲਫਾ 1 ਪਲੱਸ ਅਲਫਾ 2 ਬਰਾਬਰ ਹੁੰਦਾ ਹੈ ਜੇਕਰ ਅਸੀਂ 0 ਤੇ ਸੈੱਟ ਕਰਦੇ ਹਾਂ ਤਾਂ ਅਲਫਾ 1 ਅਲਫਾ 2 0 ਹੋਣਾ ਚਾਹੀਦਾ ਹੈ। ਇਸ ਲਈ ਜੋ ਕਿ ਇਸ ਸਥਿਤੀ ਲਈ ਲੀਨੀਅਰ ਇੰਡੀਪੈਂਡੈਂਸੀ ਲਈ ਆਸਾਨ ਜਾਂਚ ਕਹਿੰਦਾ ਹੈ। ਇਸ ਲਈ ਜੋ ਅਸੀਂ ਇਸ ਲੈਂਬਡਾ ਬਰਾਬਰ 5 ਦੇ ਅਨੁਸਾਰੀ ਪ੍ਰਾਪਤ ਕਰ ਰਹੇ ਹਾਂ ਜੋ ਦੁਹਰਾਈ ਗਈ ਆਈਗਨ ਵੈਲਿਊ ਹੈ ਅਤੇ ਅਸੀਂ ਇੱਥੇ ਇਹ ਵੀ ਪ੍ਰਾਪਤ ਕਰ ਰਹੇ ਹਾਂ ਕਿ ਦੋ ਲੀਨੀਅਰਲੀ ਇੰਡੀਪੈਂਡੈਂਟ ਵੈਕਟਰ ਹਨ ਜੋ ਇਸੇ ਲੈਂਬਡਾ i ਬਰਾਬਰ 0 ਨੂੰ ਸੰਤੁਸ਼ਟ ਕਰਦੇ ਹਨ। ਇਸ ਲਈ ਮੂਲ ਰੂਪ ਵਿੱਚ ਲੈਂਬਡਾ ਬਰਾਬਰ 5 ਦੇ ਅਨੁਸਾਰੀ ਅਸੀਂ ਦੋ ਆਈਗਨ ਵੈਕਟਰ ਜਾਂ ਇਸ ਦੀ ਬਜਾਏ ਦੋ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਪ੍ਰਾਪਤ ਕਰ ਰਹੇ ਹਾਂ। ਅਸੀਂ ਇਸ ਸਥਿਤੀ ਵਿੱਚ ਪ੍ਰਾਪਤ ਕਰ ਰਹੇ ਹਾਂ। ਹੁਣ ਜੇਕਰ ਅਸੀਂ ਇੱਥੇ ਇਸ ਮੈਟ੍ਰਿਕਸ ਦੀ ਆਈਗਨ ਸਪੇਸ ਜੋ ਕਿ 2 1 ਅਤੇ 0 0 ਹੈ, ਇੱਕ ਹੋਰ ਸਮੱਸਿਆ ਵੱਲ ਧਿਆਨ ਦੇਈਏ, ਫਿਰ ਸਾਡੇ ਕੋਲ ਇਹ ਅਸਲ ਵਿੱਚ 4 ਬਾਏ 4 ਹੈ। ਇਸ ਲਈ ਥੋੜਾ ਵੱਡਾ ਮੈਟ੍ਰਿਕਸ ਹੈ, ਪਰ ਗਣਨਾਵਾਂ ਆਸਾਨ ਹਨ। ਇਸ ਲਈ ਇਸ ਸਥਿਤੀ ਵਿੱਚ ਜੇਕਰ ਅਸੀਂ ਕੈਰੈਕਟਰਿਸਟਿਕ ਇਕੁਏਸ਼ਨ A ਲੈਂਬਡਾ Ix ਬਰਾਬਰ 0 ਨੂੰ ਦੁਬਾਰਾ ਸੈੱਟ ਕਰਦੇ ਹਾਂ, ਇਸ ਲਈ ਇਸ ਦਾ ਡਿਟਰਮੀਨੈਂਟ ਕੈਰੈਕਟਰਿਸਟਿਕ ਇਕੁਏਸ਼ਨ ਦੇਵੇਗਾ। ਅਤੇ ਡਿਟਰਮੀਨੈਂਟ ਕੀ ਹੈ? ਇੱਥੇ 2 ਲੈਂਬਡਾ 2 ਲੈਂਬਡਾ ਹੈ। ਇਸ ਲਈ ਡਿਟਰਮੀਨੈਂਟ ਇਹ 2 ਲੈਂਬਡਾ 1 0 0 ਹੈ ਅਤੇ ਇੱਥੇ ਵੀ 0 ਇਸ ਤੋਂ ਲੈਂਬਡਾ 1 1 0 0 ਅਤੇ 2 ਲੈਂਬਡਾ ਹੈ। ਅਤੇ ਫਿਰ ਸਾਡੇ ਕੋਲ ਇਹ ਹੈ ਦੂਜਾ ਕੰਪੋਨੈਂਟ 0 ਨਹੀਂ ਹੈ। ਫਿਰ ਤੀਜਾ 2 ਲੈਂਬਡਾ ਹੈ ਅਤੇ ਇਹ 1 0 0 0 ਹੈ ਅਤੇ ਇਹ 2 ਲੈਂਬਡਾ ਹੈ। ਹੁਣ ਕੀ ਦਿਲਚਸਪ ਹੈ ਕਿ ਜੇਕਰ ਅਸੀਂ ਇਸ ਡਿਟਰਮੀਨੈਂਟ ਨੂੰ ਕੰਪਿਊਟ ਕਰਦੇ ਹਾਂ ਤਾਂ ਇਸ ਤਰ੍ਹਾਂ ਅਤੇ ਫਿਰ ਬਾਕੀ ਡਿਟਰਮੀਨੈਂਟ ਨੂੰ ਅਸੀਂ ਦੁਬਾਰਾ ਲਵਾਂਗੇ। ਇਸ ਲਈ ਇਹ ਇੱਥੇ 0 ਹੈ ਤਾਂ ਫਿਰ ਇਹ ਇਸ ਲਈ ਇਹ ਆ ਰਿਹਾ ਹੈ ਇਹ 2 ਲੈਂਬਡਾ ਪਾਵਰ ਕਿਊਬ ਹੋਰ ਕੁਝ ਨਹੀਂ। ਇਸ ਲਈ ਇਸ ਸਥਿਤੀ ਵਿੱਚ ਇਹ ਡਿਟਰਮੀਨੈਂਟ ਕੁਝ ਵੀ ਨਹੀਂ ਹੈ ਪਰ ਇਹ 2 ਹੈ। ਠੀਕ ਹੈ, ਡਿਟਰਮੀਨੈਂਟ ਸੌਖਾ ਹੁੰਦਾ ਹੈ। ਜਦੋਂ ਅਸੀਂ ਇਸ ਡਿਟਰਮੀਨੈਂਟ ਲਈ ਸੋਲੂਸ਼ਨ ਪ੍ਰਾਪਤ ਕਰਦੇ ਹਾਂ ਅਸੀਂ ਇਹ 2 ਲੈਂਬਡਾ ਕਿਊਬ ਪ੍ਰਾਪਤ ਕਰਦੇ ਹਾਂ। ਇਸ ਲਈ 2 ਲੈਂਬਡਾ ਮਾਫ ਕਰਨਾ 4 ਕਿਉਂਕਿ ਇੱਥੇ 4 ਐਂਟਰੀਆਂ ਹਨ। ਇਸ ਲਈ ਅਸੀਂ ਅਜਿਹੀਆਂ ਮੈਟ੍ਰਿਸਿਜ਼ ਲਈ ਇਹਨਾਂ ਡਾਇਗੋਨਲ ਐਂਟਰੀਆਂ ਦਾ ਪ੍ਰੋਡਕਟ ਪ੍ਰਾਪਤ ਕਰਾਂਗੇ। ਇਸ ਲਈ ਅਸੀਂ ਇਹ 2 ਲੈਂਬਡਾ ਪਾਵਰ 4 ਬਰਾਬਰ 0 ਪ੍ਰਾਪਤ ਕਰਦੇ ਹਾਂ। ਇਸ ਲਈ ਇਹ ਇੱਕ ਹੋਰ ਵਿਸ਼ੇਸ਼ ਸਥਿਤੀ ਹੈ। ਅਸੀਂ ਸਾਰੀਆਂ ਆਈਗਨ ਵੈਲਿਊਜ਼ ਹਾਂ ਇਹ ਸਾਰੀਆਂ 4 ਆਈਗਨ ਵੈਲਿਊਜ਼ ਇੱਕੋ ਹਨ ਅਤੇ ਇਹ ਦੋ ਹੋਰ ਵੈਲਿਊਜ਼ 2 ਹਨ। ਇਸ ਲਈ ਜੇਕਰ ਅਸੀਂ ਹੁਣ ਇਹਨੂੰ ਕੰਪਿਊਟ ਕਰਦੇ ਹਾਂ ਕਿਉਂਕਿ ਅਸੀਂ ਆਈਗਨ ਸਪੇਸ ਮਤਲਬ ਆਈਗਨ ਵੈਕਟਰਾਂ ਸਾਰੇ ਆਈਗਨ ਵੈਕਟਰਾਂ ਦੇ ਸੈੱਟ ਨੂੰ ਕੰਪਿਊਟ ਕਰਨਾ ਚਾਹੁੰਦੇ ਹਾਂ ਅਤੇ ਜਦੋਂ ਅਸੀਂ 0 ਸ਼ਾਮਿਲ ਕਰਦੇ ਹਾਂ ਜਿਸ ਨੂੰ ਦਿੱਤੀ ਗਈ ਆਈਗਨ ਵੈਲਿਊ ਦੇ ਅਨੁਸਾਰੀ ਆਈਗਨ ਸਪੇਸ ਕਹਿੰਦੇ ਹਨ। ਇਸ ਲਈ ਇੱਥੇ ਆਈਗਨ ਵੈਲਿਊ 2 ਜੋ 4 ਟਾਈਮਸ ਦੁਹਰਾਈ ਜਾਂਦੀ ਹੈ। ਇਸ ਲਈ ਆਈਗਨ ਵੈਕਟਰ ਪ੍ਰਾਪਤ ਕਰਨ ਲਈ ਸਾਨੂੰ ਇਹ ਲੈਂਬਡਾ Ix ਬਰਾਬਰ 0 ਨੂੰ ਸੈੱਟ ਕਰਨਾ ਪਵੇਗਾ। ਇਸ ਲੈਂਬਡਾ ਦੇ ਅਨੁਸਾਰੀ ਸਿਸਟਮ ਆਫ ਇਕੁਏਸ਼ਨ 2 ਦੇ ਬਰਾਬਰ ਹੈ। ਇਸ ਲਈ ਸਾਨੂੰ ਹੁਣ ਇਸ ਦੇ ਅਨੁਸਾਰੀ ਕੀ ਮਿਲਦਾ ਹੈ ਕਿਉਂਕਿ ਇਹ ਦੋ ਡਾਇਗੋਨਲ ਐਂਟਰੀਆਂ ਵਿੱਚੋਂ ਘਟਾਇਆ ਜਾਵੇਗਾ ਅਤੇ ਸਾਡੇ ਮੈਟ੍ਰਿਕਸ ਵਿੱਚ 2 ਇਨਟੂ ਡਾਇਗੋਨਲ ਐਂਟਰੀ ਸੀ। ਇਸ ਲਈ ਇਹ ਡਾਇਗੋਨਲ ਐਂਟਰੀਆਂ ਹੁਣ 0 ਹੋ ਜਾਣਗੀਆਂ। ਇਸ ਲਈ ਸਾਨੂੰ ਇਹ ਸਾਡੇ ਸਿਸਟਮ ਆਫ ਇਕੁਏਸ਼ਨ ਦੇ ਰੂਪ ਵਿੱਚ ਮਿਲਿਆ ਹੈ ਅਤੇ
ਇੱਥੇ ਅਸੀਂ ਰਿਡਿਊਸਡ ਫਾਰਮ ਨੂੰ ਪ੍ਰਾਪਤ ਕਰਨ ਲਈ ਕੁਝ ਨਹੀਂ ਕਰਦੇ ਹਾਂ ਕਿਉਂਕਿ ਅਸੀਂ ਇੱਥੇ ਇਸ ਸਟਰਕਚਰ ਨੂੰ ਸਪਸ਼ਟ ਤੌਰ ਤੇ ਦੇਖ ਸਕਦੇ ਹਾਂ ਕਿ ਇਹ ਪਹਿਲਾਂ ਤੋਂ ਹੀ ਰਿਡਿਊਸਡ ਐਸ਼ਲੋਨ ਫਾਰਮ ਹੈ। ਇਸ ਲਈ ਇਹ ਪਿਵਟ ਐਲੀਮੈਂਟ ਹੈ ਅਤੇ ਇਹ ਇੱਕ ਹੋਰ ਪਿਵਟ ਐਲੀਮੈਂਟ ਹੈ ਅਤੇ ਇਹ ਵੀ ਪਿਵਟ ਐਲੀਮੈਂਟ ਹੈ। ਇਸ ਲਈ ਇੱਥੇ ਕਿੰਨੇ ਪਿਵਟ ਐਲੀਮੈਂਟ ਹਨ? ਇਹ x2 ਡਿਪੈਂਡੈਂਟ ਵੇਰੀਏਬਲ ਹੈ, x3 ਡਿਪੈਂਡੈਂਟ ਵੇਰੀਏਬਲ ਹੋਵੇਗਾ, x4 ਡਿਪੈਂਡੈਂਟ ਵੇਰੀਏਬਲ ਹੋਵੇਗਾ ਅਤੇ ਇੱਥੇ ਸਾਡੇ ਕੋਲ ਇਹ x1 ਹੈ ਜਿਸ ਨੂੰ ਅਸੀਂ ਫਰੀ ਵੇਰੀਏਬਲ ਕਹਿੰਦੇ ਹਾਂ। ਇਸ ਲਈ ਇੱਕ ਫਰੀ ਵੇਰੀਏਬਲ x1 ਹੈ ਜੋ ਕਿ ਇਸ ਕਾਲਮ ਨੰਬਰ 1 ਦੇ ਅਨੁਸਾਰੀ ਹੈ ਕਿਉਂਕਿ ਸਾਡੇ ਕੋਲ ਇਸ ਕਾਲਮ ਵਿੱਚ ਪਿਵਟ ਨਹੀਂ ਹੈ। ਇਸ ਲਈ ਅਸੀਂ ਇਸ x1 ਨੂੰ ਫਰੀ ਵੇਰੀਏਬਲ ਵਜੋਂ ਚੁਣ ਸਕਦੇ ਹਾਂ। ਇਸ ਲਈ x1 ਨੂੰ ਅਲਫਾ ਵਜੋਂ ਲਿਆ ਜਾਂਦਾ ਹੈ ਅਤੇ ਹੁਣ ਅਸੀਂ ਦੂਸਰਾ ਵੇਰੀਏਬਲ ਇਸ ਇਕੁਏਸ਼ਨ ਨੰਬਰ ਤੀਜੇ ਤੋਂ ਤੀਜੀ ਇਕੁਏਸ਼ਨ ਤੋਂ ਪ੍ਰਾਪਤ ਕਰ ਸਕਦੇ ਹਾਂ। ਅਸੀਂ ਕੀ ਪ੍ਰਾਪਤ ਕਰ ਰਹੇ ਹਾਂ ਤਾਂ ਅਸੀਂ ਇਹ x4 0 ਦੇ ਬਰਾਬਰ ਪ੍ਰਾਪਤ ਕਰ ਰਹੇ ਹਾਂ। ਇਸ ਲਈ ਅਸਲ ਵਿੱਚ ਅਲਫਾ ਤੇ ਕੋਈ ਡਿਪੈਂਡੈਂਸੀ ਨਹੀਂ ਹੈ। ਦੂਜੀ ਇਕੁਏਸ਼ਨ ਤੋਂ ਅਸੀਂ ਇਹ x3 0 ਦੇ ਬਰਾਬਰ ਪ੍ਰਾਪਤ ਕਰ ਰਹੇ ਹਾਂ ਅਤੇ ਪਹਿਲੀ ਇਕੁਏਸ਼ਨ ਤੋਂ ਅਸੀਂ x2 0 ਦੇ ਬਰਾਬਰ ਪ੍ਰਾਪਤ ਕਰ ਰਹੇ ਹਾਂ। ਇਸ ਲਈ ਇੱਥੇ x1 ਦਾ ਸੋਲਿਊਸ਼ਨ ਅਸੀਂ ਕਿਸੇ ਵੀ ਵੈਕਟਰ ਅਲਫਾ ਨੂੰ ਅਲਫਾ ਵਜੋਂ ਚੁਣ ਸਕਦੇ ਹਾਂ ਜੋ ਅਸੀਂ ਇੱਥੇ ਲਿਆ ਹੈ। ਅਤੇ ਹੁਣ ਜੇਕਰ ਅਸੀਂ x1 x2 x3 ਅਤੇ x4 ਦਾ ਸੋਲਿਊਸ਼ਨ ਲਿਖਦੇ ਹਾਂ, ਇਸ ਲਈ ਅਲਫਾ ਦੀਆਂ ਵਿੱਚ ਟਰਮਜ਼ ਕੇਵਲ ਪਹਿਲੇ ਕੰਪੋਨੈਂਟ ਵਿੱਚ ਅਲਫਾ ਹੈ, ਬਾਕੀ ਸਾਰੇ 0 ਹਨ। ਇਸ ਲਈ ਇਹ ਇਸ ਸਿਸਟਮ ਆਫ ਇਕੁਏਸ਼ਨ ਦਾ ਸੋਲਿਊਸ਼ਨ ਹੈ। ਇਸ ਦਾ ਮਤਲਬ ਹੈ ਕਿ ਇੱਥੇ ਸਾਡੇ ਕੋਲ ਸਿਰਫ ਇੱਕ ਫਰੀ ਵੇਰੀਏਬਲ ਹੈ, ਹਾਲਾਂਕਿ 2 ਨੂੰ ਕਈ ਟਾਈਮਸ ਦੁਹਰਾਇਆ ਗਿਆ ਸੀ। 2 ਨੂੰ ਇਸ ਖਾਸ ਉਦਾਹਰਣ ਵਿੱਚ 4 ਟਾਈਮਸ ਦੁਹਰਾਇਆ ਗਿਆ ਸੀ, ਪਰ ਜੋ ਅਸੀਂ ਇੱਥੇ ਪ੍ਰਾਪਤ ਕਰ ਰਹੇ ਹਾਂ, ਅਸੀਂ ਸਿਰਫ ਇੱਕ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਪ੍ਰਾਪਤ ਕਰ ਰਹੇ ਹਾਂ, ਜਦੋਂ ਕਿ ਪਿਛਲੀ ਉਦਾਹਰਣ ਵਿੱਚ ਆਈਗਨ ਵੈਲਿਊ ਨੂੰ 2 ਟਾਈਮਸ ਦੁਹਰਾਇਆ ਗਿਆ ਸੀ ਅਤੇ ਅਸੀਂ ਇਸ ਇਕੁਏਸ਼ਨ ਦੇ 2 ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਵੀ ਪ੍ਰਾਪਤ ਕਰ ਰਹੇ ਸੀ। ਪਰ ਹੁਣ ਭਾਵੇਂ 2 ਨੂੰ 4 ਟਾਈਮਸ ਦੁਹਰਾਇਆ ਗਿਆ ਸੀ, ਪਰ ਸਾਨੂੰ ਇਸ 4 ਟਾਈਮਸ ਦੁਹਰਾਉਣ ਵਾਲੇ ਆਈਗਨ ਵੈਕਟਰ 2 ਦੇ ਅਨੁਸਾਰੀ ਸਿਰਫ ਇੱਕ ਆਈਗਨ ਵੈਕਟਰ ਮਿਲ ਰਹੇ ਹਨ। ਇਸ ਲਈ ਅਸੀਂ ਇਸ ਉਦਾਹਰਣ ਨਾਲ ਹੁਣ ਕੀ ਚਰਚਾ ਕਰਨਾ ਚਾਹੁੰਦੇ ਹਾਂ ਕਿ ਕੁਝ ਵੀ ਇਸ ਆਈਗਨ ਵੈਲਿਊ ਦੇ ਆਧਾਰ ਤੇ ਸੰਭਵ ਹੈ, ਭਾਵੇਂ ਇਹ ਕਈ ਟਾਈਮਸ ਦੁਹਰਾਇਆ ਜਾਂਦਾ ਹੈ। ਅਸੀਂ ਇਸ ਬਾਰੇ ਕੁਝ ਵੀ ਦਾਅਵਾ ਨਹੀਂ ਕਰ ਸਕਦੇ ਹਾਂ ਕਿ ਮੇਰਾ ਮਤਲਬ ਆਈਗਨ ਵੈਲਿਊ ਨੂੰ ਸਿੱਧੇ ਤੌਰ ਤੇ ਦੇਖਦੇ ਹੋਏ ਅਸੀਂ ਇਹ ਦਾਅਵਾ ਨਹੀਂ ਕਰ ਸਕਦੇ ਕਿ ਸਾਨੂੰ ਕਿੰਨੇ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਮਿਲਣਗੇ ਕਿਉਂਕਿ ਇਹ ਇੱਥੇ ਹੈ। ਆਈਗਨ ਵੈਲਿਊ ਨੂੰ 4 ਟਾਈਮਸ ਦੁਹਰਾਇਆ ਗਿਆ ਸੀ, ਪਰ ਅਸੀਂ ਸਿਰਫ ਇੱਕ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਪ੍ਰਾਪਤ ਕਰ ਰਹੇ ਹਾਂ ਅਤੇ ਉਹ ਇਸ ਸਥਿਤੀ ਵਿੱਚ 1 0 0 ਹੈ। ਇਸ ਲਈ ਅਤੇ ਕੁਝ ਸਥਿਤੀਆਂ ਵਿੱਚ ਜੇ ਇਸ ਨੂੰ ਉਦਾਹਰਣ ਲਈ 3 ਟਾਈਮਸ ਦੁਹਰਾਇਆ ਜਾਂਦਾ ਹੈ, ਤਾਂ ਅਸੀਂ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਵੀ ਪ੍ਰਾਪਤ ਕਰ ਸਕਦੇ ਹਾਂ ਤਾਂ ਜੋ ਅਸੀਂ ਹੋਰ ਜਿੱਥੇ ਵੀ ਅਤੇ ਸੰਭਵ ਵੀ ਹੋਵੇ। ਠੀਕ ਹੈ, ਇਸ ਤਰ੍ਹਾਂ ਇਹਨਾਂ ਆਈਗਨ ਸਪੇਸ ਦਾ ਇਹ ਬੇਸਿਸ ਇਹ 1 3 0 ਇੱਥੇ ਵਰਤਿਆ ਗਿਆ ਟਰਾਂਸਪੋਜ਼ ਹੈ। ਇਸ ਲਈ ਇਹ ਆਈਗਨ ਸਪੇਸ ਜਾਂ ਇਸ ਆਈਗਨ ਸਪੇਸ ਤੋਂ ਕਿਸੇ ਵੈਕਟਰ ਦਾ ਬੇਸਿਸ ਹੈ। ਫਿਰ 0 ਆਈਗਨ ਵੈਕਟਰ ਹੈ, ਠੀਕ। ਇਸ ਲਈ ਇੱਥੇ ਇਹ ਇਸ ਮੈਟ੍ਰਿਕਸ ਦੇ ਨਲ ਸਪੇਸ ਦਾ ਬੇਸਿਸ ਵੀ ਹੈ। ਇੱਥੇ ਇੱਕ 0 ਅਤੇ ਇਹ ਟਰਾਂਸਪੋਜ਼ ਕਰਦੇ ਹਨ ਤਾਂ ਕਿ ਇਹ ਇੱਕ ਕਾਲਮ ਵੈਕਟਰ ਹੈ। ਠੀਕ ਹੈ, ਇਸ ਲਈ ਇੱਕ ਹੋਰ ਉਦਾਹਰਣ ਜਿੱਥੇ ਅਸੀਂ ਇਸ ਮੈਟ੍ਰਿਕਸ A ਦੀ ਆਈਗਨ ਵੈਲਿਊ ਅਤੇ ਆਈਗਨ ਵੈਕਟਰਾਂ ਦੀ ਖੋਜ ਕਰਾਂਗੇ ਜੋ ਇਸ 1 1 ਅਤੇ -2 ਅਤੇ 3 ਦੁਆਰਾ ਦਿੱਤੇ ਗਏ ਹਨ। ਇਸ ਲਈ ਇੱਥੇ ਜੇਕਰ ਅਸੀਂ 1 ਲੈਂਬਡਾ i ਬਰਾਬਰ 0 ਦੇ ਇਸ ਡਿਟਰਮੀਨੈਂਟ ਨੂੰ ਕੰਪਿਊਟ ਕਰਦੇ ਹਾਂ ਤਾਂ ਕੀ ਹੋਵੇਗਾ? ਇਸ ਲਈ ਸਾਡੇ ਕੋਲ 1 ਲੈਂਬਡਾ ਹੈ ਅਤੇ ਫਿਰ 3 ਲੈਂਬਡਾ -2 ਅਤੇ 1 ਇਨਟੇਕ ਰਹਿੰਦਾ ਹੈ। ਇਸ ਲਈ ਇੱਥੇ ਜੇਕਰ ਅਸੀਂ ਕੰਪਿਊਟ ਕਰਦੇ ਹਾਂ ਤਾਂ ਸਾਡੇ ਕੋਲ 1 ਲੈਂਬਡਾ ਹੈ ਅਤੇ ਮਲਟੀਪਲਾਈ ਬਾਏ ਇਹ 3 ਲੈਂਬਡਾ ਹੈ ਅਤੇ ਇਹ ਇਸ ਲਈ 2 ਬਰਾਬਰ 0 ਬਣ ਜਾਂਦਾ ਹੈ। ਤਾਂ ਆਓ ਅਸੀਂ ਗਣਨਾ ਕਰੀਏ ਤਾਂ 3 ਅਤੇ ਫਿਰ ਸਾਡੇ ਕੋਲ 4 ਲੈਂਬਡਾ ਹਨ। ਸਾਡੇ ਕੋਲ -4 ਲੈਂਬਡਾ ਅਤੇ ਫਿਰ ਇਹ ਲੈਂਬਡਾ ਸਕੁਏਅਰ ਹੈ। ਇਹ ਦੋਵੇਂ 0 ਦੇ ਬਰਾਬਰ ਹਨ। ਇਸ ਲਈ ਅਸੀਂ ਇਹ ਇਕੁਏਸ਼ਨ ਲੈਂਬਡਾ ਸਕੁਏਅਰ ਇਹ 4 ਲੈਂਬਡਾ ਅਤੇ ਪਲੱਸ ਇਹ 3 ਪਲੱਸ 2 ਇਹ 5 ਬਰਾਬਰ 0 ਪ੍ਰਾਪਤ ਕਰ ਰਹੇ ਹਾਂ। ਇਸ ਲਈ ਅਸੀਂ ਇਹ ਲੈਂਬਡਾ -5 ਅਤੇ ਲੈਂਬਡਾ ਪਲੱਸ ਪ੍ਰਾਪਤ ਕਰ ਰਹੇ ਹਾਂ। ਇਸ ਲਈ ਪਲੱਸ ਅਸੀਂ ਇੱਥੇ ਇੱਕ ਵਾਰ ਫਿਰ ਇਸ ਲਈ ਸਾਡੇ ਕੋਲ 3 ਹਨ ਅਤੇ ਫਿਰ ਸਾਡੇ ਕੋਲ ਇਹ -3 ਲੈਂਬਡਾ ਹੈ। ਲੈਂਬਡਾ ਵੀ ਤਾਂ -4 ਲੈਂਬਡਾ
ਇੱਥੇ ਮਾਈਨਸ ਸੋ ਲੈਂਬਡਾ ਸਕੁਏਅਰ ਅਤੇ ਫਿਰ ਪਲੱਸ 2 ਹੋਵੇਗਾ, ਇਸ ਲਈ ਸਾਡੇ ਕੋਲ ਇਹ ਲੈਂਬਡਾ ਸਕੁਏਅਰ ਹੈ, ਜਿਵੇਂ ਕਿ ਇਹ ਹੈ ਅਤੇ -4 ਲੈਂਬਡਾ ਅਤੇ ਪਲੱਸ 5 0 ਦੇ ਬਰਾਬਰ ਹੈ, ਇਸ ਲਈ ਅਸੀਂ ਇਸ ਇਕੁਏਸ਼ਨ ਲਈ ਇਸ ਨੂੰ ਇਹ ਰੂਟ ਪ੍ਰਾਪਤ ਕਰਦੇ ਹਾਂ। ਸਾਡੇ ਕੋਲ ਲੈਂਬਡਾ ਸਕੁਏਅਰ ਹੈ ਫਿਰ -5 ਟਾਈਮਸ ਲੈਂਬਡਾ ਅਤੇ ਪਲੱਸ ਇਹ ਲੈਂਬਡਾ ਪਲੱਸ 5 0 ਦੇ ਬਰਾਬਰ ਹੈ, ਇਸ ਲਈ ਇਸ -4 ਲੈਂਬਡਾ ਨੂੰ ਅਸੀਂ -5 ਲੈਂਬਡਾ ਪਲੱਸ ਲੈਂਬਡਾ ਲਿਖਿਆ ਹੈ, ਇਸ ਲਈ ਇੱਥੇ ਇਹ ਲੈਂਬਡਾ ਅਤੇ ਇਹ ਲੈਂਬਡਾ -5 ਅਤੇ ਪਲੱਸ ਇਹ 1 ਅਤੇ ਲੈਂਬਡਾ -5 ਲੈਂਬਡਾ ਪਲੱਸ 5 ਹੈ। ਹੁਣ ਇਹ ਕੰਮ ਨਹੀਂ ਕੀਤਾ ਗਿਆ ਹੈ, ਆਓ ਇੱਥੇ ਜਾਂਚ ਕਰੀਏ ਕਿ ਇਹ ਇਕੁਏਸ਼ਨ ਲੈਂਬਡਾ ਸਕੁਏਅਰ ਇਹ 4 ਲੈਂਬਡਾ ਅਤੇ ਠੀਕ ਪਲੱਸ 5 ਹੈ ਅਤੇ ਇੱਥੇ ਰੂਟ ਹਨ ਕਿਉਂਕਿ ਇਸ ਦਾ ਰੀਅਲ ਰੂਟ ਨਹੀਂ ਹੈ, ਇਸ ਲਈ ਇੱਥੇ ਪੁਆਇੰਟ ਹੈ। ਸਾਨੂੰ ਇਸ ਸਥਿਤੀ ਵਿੱਚ ਕੋਈ ਫੈਕਟਰਾਈਜੇਸ਼ਨ ਨਹੀਂ ਮਿਲ ਰਿਹਾ ਹੈ। ਸਾਨੂੰ ਇੱਥੇ ਇਹ ਫੈਕਟਰਾਈਜੇਸ਼ਨ ਨਹੀਂ ਮਿਲ ਰਹੀ ਹੈ। ਇੱਥੇ ਲੈਂਬਡਾ ਪਲੱਸ 5 ਆ ਰਿਹਾ ਹੈ ਅਤੇ ਫਿਰ ਅਸੀਂ ਕਾਮਨ ਨਹੀਂ ਲੈ ਸਕਦੇ, ਇਸ ਲਈ ਫੈਕਟਰਾਈਜੇਸ਼ਨ ਸੰਭਵ ਨਹੀਂ ਸੀ ਕਿਉਂਕਿ ਇਕੁਏਸ਼ਨ ਦਾ ਰੀਅਲ ਰੂਟ ਨਹੀਂ ਹੈ। ਇਸ ਲਈ ਜਦੋਂ ਅਸੀਂ ਇਸ ਲੈਂਬਡਾ ਲਈ ਇਕੁਏਸ਼ਨ ਨੂੰ ਹੱਲ ਕਰਦੇ ਹਾਂ ਤਾਂ ਇਹ ਇੱਕ ਕੁਆਟਰਲੀ ਇਕੁਏਸ਼ਨ ਹੈ, ਤਾਂ ਅਸੀਂ ਅਜਿਹਾ ਕਰ ਸਕਦੇ ਹਾਂ ਤਾਂ -b ਦਾ ਮਤਲਬ 4 ਸਕੁਏਅਰ -4 ac ਹੈ ਅਤੇ ਫਿਰ ਸਾਡੇ ਕੋਲ ਇੱਥੇ 2a ਹੈ, ਸੋ 2 ਨਾਲ ਵੰਡਿਆ ਗਿਆ ਹੈ, ਸੋ ਇਹ 4 ਪਲੱਸ ਮਾਈਨਸ ਅਤੇ ਫਿਰ ਇੱਥੇ 4 ਵੀ ਹੈ, ਇਸ ਲਈ ਇਹ i ਵਿੱਚ ਆ ਜਾਵੇਗਾ ਅਤੇ ਫਿਰ ਸਾਡੇ ਕੋਲ 2 ਹਨ, ਇਸ ਲਈ ਇਹ 2 ਪਲੱਸ ਮਾਈਨਸ i ਇੱਥੇ ਆਈਗਨ ਵੈਲਿਊ ਹੈ। ਤਾਂ ਇੱਥੇ 2 ਆਈਗਨ ਵੈਲਿਊਜ਼ ਹਨ ਜੋ ਇਸ ਉਦਾਹਰਨ ਵਿੱਚ ਦਿਲਚਸਪ ਹੈ ਕਿ ਸਾਨੂੰ 2 ਕੰਪਲੈਕਸ ਵੈਲਿਊਜ਼ ਮਿਲ ਰਹੀਆਂ ਹਨ। ਆਈਗਨ ਵੈਲਿਊਜ਼ ਲਈ 2 ਕੰਪਲੈਕਸ ਵੈਲਿਊਜ਼, ਹਾਲਾਂਕਿ ਇੱਥੇ ਮੈਟ੍ਰਿਕਸ ਰੀਅਲ ਮੈਟ੍ਰਿਕਸ ਸੀ, ਇਸ ਲਈ ਸਾਡੇ ਕੋਲ ਐਂਟਰੀ 1 -2 ਅਤੇ 3 ਹੈ ਜੋ ਅਸੀਂ ਇੱਥੇ ਆਈਗਨ ਵੈਲਿਊਜ਼ ਲਈ ਇੱਕ ਕੰਪਲੈਕਸ ਵੈਲਿਊ ਪ੍ਰਾਪਤ ਕਰ ਰਹੇ ਹਾਂ। ਇਸ ਸਥਿਤੀ ਵਿੱਚ ਤਾਂ ਕਿ ਇਹ ਦੁਬਾਰਾ ਦਿਖਾਉਂਦਾ ਹੈ ਕਿ ਮੈਟ੍ਰਿਕਸ ਐਂਟਰੀਆਂ ਰੀਅਲ ਹੋ ਸਕਦੀਆਂ ਹਨ, ਸਾਡੇ ਕੋਲ ਇੱਕ ਰੀਅਲ ਮੈਟ੍ਰਿਕਸ ਹੋ ਸਕਦਾ ਹੈ, ਪਰ ਫਿਰ ਵੀ ਅਸੀਂ ਇਸ ਕੈਰੈਕਟਰਿਸਟਿਕ ਇਕੁਏਸ਼ਨ ਦੇ ਕੰਪਲੈਕਸ ਰੂਟ ਪ੍ਰਾਪਤ ਕਰ ਸਕਦੇ ਹਾਂ, ਭਾਵ ਆਈਗਨ ਵੈਲਿਊਜ਼ ਕੰਪਲੈਕਸ ਹੋ ਸਕਦੀਆਂ ਹਨ। ਇਸ ਲਈ ਇੱਕ ਰੀਅਲ ਮੈਟ੍ਰਿਕਸ ਵਿੱਚ ਕੰਪਲੈਕਸ ਆਈਗਨ ਵੈਲਿਊਜ਼ ਹੋ ਸਕਦੀਆਂ ਹਨ ਜੋ ਕਿ ਟਿੱਪਣੀ ਹੈ ਅਤੇ ਫਿਰ ਆਈਗਨ ਵੈਕਟਰ ਹੁਣ ਇਸ 2 ਪਲੱਸ i ਪਹਿਲੀ ਆਈਗਨ ਵੈਲਿਊ ਦੇ ਅਨੁਸਾਰੀ ਹਨ, ਇਸ ਲਈ ਸਾਡੇ ਕੋਲ ਇੱਕ ਆਈਗਨ ਵੈਲਿਊ 2 ਪਲੱਸ i ਦੂਜੀ 2 ਮਾਈਨਸ i ਹੈ ਅਤੇ ਅਸੀਂ ਬਾਅਦ ਵਿੱਚ ਦੇਖਿਆ ਕਿ ਇਹ ਆਈਗਨ ਵੈਲਿਊ ਹਮੇਸ਼ਾ ਕੰਜੂਗੇਟ ਰੂਪ ਵਿੱਚ ਦਿਖਾਈ ਦੇਣਗੇ ਕਿਉਂਕਿ ਰੂਟ ਹਮੇਸ਼ਾ ਉੱਥੇ ਪ੍ਰਗਟ ਹੁੰਦਾ ਹੈ, ਨਾ ਸਿਰਫ ਇਹ ਕਿ ਸਾਡੇ ਕੋਲ ਇਹਨਾਂ ਕੰਜੂਗੇਟ ਆਈਗਨ ਵੈਲਿਊ ਦੇ ਅਨੁਸਾਰੀ ਆਈਗਨ ਵੈਕਟਰਾਂ ਲਈ ਕੁਝ ਹੋਰ ਦਿਲਚਸਪ ਹੋਵੇਗਾ। ਇਸ ਲਈ ਜੇਕਰ ਅਸੀਂ ਇਸ ਨੂੰ 2 ਪਲੱਸ i ਲੈਂਦੇ ਹਾਂ ਅਤੇ ਦੁਬਾਰਾ ਇਕੁਏਸ਼ਨ ਦੇ ਉਹੀ ਸਿਸਟਮ ਇਹ ਇੱਕ ਲੈਂਬਡਾ ix 0 ਦੇ ਬਰਾਬਰ ਹੈ, ਜਿਸ ਨੂੰ ਸਾਨੂੰ ਹੱਲ ਕਰਨ ਦੀ ਲੋੜ ਹੈ। ਇਸ ਲਈ ਇਹ ਇੱਕ ਲੈਂਬਡਾ 3 ਲੈਂਬਡਾ ਹੋਵੇਗਾ, ਇੱਥੇ 2a 0 ਦੇ ਬਰਾਬਰ ਹੈ, ਇਸ ਲਈ ਇਹ ਇਕੁਏਸ਼ਨ ਅਤੇ ਹੁਣ ਲੈਂਬਡਾ 1 ਲਈ ਇਹ 2 ਪਲੱਸ i ਹੈ। ਸਾਨੂੰ ਇਸ ਲੈਂਬਡਾ ਨੂੰ ਸਬਸਟੀਟਿਊਟ ਕਰਨ ਦੀ ਲੋੜ ਹੈ ਅਤੇ ਅਸੀਂ ਇਸ ਦੇ ਅਨੁਸਾਰੀ ਕੀ ਪ੍ਰਾਪਤ ਕਰਾਂਗੇ। ਸਾਡੇ ਕੋਲ ਇਹ ਹੁਣ ਆਈਗਨ ਵੈਕਟਰਜ਼ ਇਕੁਏਸ਼ਨ ਦਾ ਕੋਫੀਸ਼ੀਐਂਟਡ ਮੈਟ੍ਰਿਕਸ ਹੈ ਅਤੇ ਹੁਣ ਅਸੀਂ ਇਹ ਪਰਿਵਰਤਨ ਕਰਾਂਗੇ ਕਿ ਇਹ R2 ਹੁਣ R2 R1 ਹੋਣਗੇ। ਇਸ 1 ਮਲਟੀਪਲਾਈ ਬਾਏ ਇਸ i ਨਾਲ ਕਰੋ। ਇਸ ਲਈ ਜੇਕਰ ਅਸੀਂ ਇਸ ਇਕੁਏਸ਼ਨ ਨੂੰ 1 i ਨਾਲ ਗੁਣਾ ਕਰਦੇ ਹਾਂ ਅਤੇ ਇਸ ਇਕੁਏਸ਼ਨ ਨੰਬਰ 2 ਤੋਂ ਸਬਟਰੈਕਟ ਕਰਦੇ ਹਾਂ ਤਾਂ ਸਾਨੂੰ ਇੱਕ ਐਸ਼ਲੋਨ ਫਾਰਮ ਦੀ ਰਿਡਿਊਸਡ ਫਾਰਮ ਮਿਲੇਗੀ ਅਤੇ ਇਹ ਇੱਥੇ ਬਿਲਕੁਲ 0 ਹੋਵੇਗੀ। ਇਸ ਲਈ ਜਦੋਂ ਅਸੀਂ ਮਲਟੀਪਲਾਈ ਬਾਏ ਇਸ 1 i ਕਰਦੇ ਹਾਂ ਤਾਂ ਇਹ 1 2 ਹੋਵੇਗਾ ਅਤੇ ਇਹ 1 i ਬਣ ਜਾਵੇਗਾ। ਜਦੋਂ ਅਸੀਂ ਸਬਟਰੈਕਟ ਕਰਦੇ ਹਾਂ ਤਾਂ ਇਹ ਬਿਲਕੁਲ ਉਹੀ ਹੈ ਕੀ ਹੋ ਰਿਹਾ ਹੈ, ਇੱਥੇ 0 ਅਤੇ 0 ਹੈ, ਅਸੀਂ ਇਹ 0 ਰੋ ਪ੍ਰਾਪਤ ਕਰ ਰਹੇ ਹਾਂ, ਇਸ ਲਈ ਇਹ ਪਹਿਲਾਂ ਤੋਂ ਹੀ ਘਟੀ ਹੋਈ ਰੋ ਰਿਡਿਊਸਡ ਐਸ਼ਲੋਨ ਫਾਰਮ ਹੈ ਅਤੇ ਫਿਰ ਸਾਡੇ ਕੋਲ ਜੋ ਇੱਥੇ ਹੈ, ਸਾਡੇ ਕੋਲ ਇਹ ਪਹਿਲੀ ਇਕੁਏਸ਼ਨ ਹੈ ਜੋ 1 ਪਲੱਸ i ਟਾਈਮਸ ਇਹ x1 ਹੈ ਅਤੇ x2 ਦੇ ਬਰਾਬਰ ਹੈ, ਇਹ ਪਹਿਲੀ ਇਕੁਏਸ਼ਨ ਹੈ ਅਤੇ ਅਸੀਂ x2 ਲਈ ਕੋਈ ਵੀ ਆਰਬਿਟਰੇਰੀ ਮੁੱਲ ਲੈ ਸਕਦੇ ਹਾਂ। ਅਸੀਂ ਅਨੁਸਾਰੀ x1 ਪ੍ਰਾਪਤ ਕਰ ਸਕਦੇ ਹਾਂ ਜਾਂ ਅਸੀਂ x1 ਲਈ ਕੋਈ ਆਰਬਿਟਰੇਰੀ ਮੁੱਲ ਪ੍ਰਾਪਤ ਕਰ ਸਕਦੇ ਹਾਂ। ਅਸੀਂ x2 ਪ੍ਰਾਪਤ ਕਰ ਸਕਦੇ ਹਾਂ ਕਿਉਂਕਿ ਇੱਥੇ ਕੇਵਲ ਇੱਕ ਇਕੁਏਸ਼ਨ ਹੈ, ਇਸ ਲਈ ਇੱਕ ਵੇਰੀਏਬਲ ਸਾਨੂੰ ਆਰਬਿਟਰੇਰੀ ਢੰਗ ਨਾਲ ਚੁਣਨਾ ਪਵੇਗਾ। ਇਸ ਲਈ ਅਜਿਹਾ ਕਰਨ ਨਾਲ ਜੇਕਰ ਅਸੀਂ ਇਸ x2 i ਨੂੰ ਲੈਂਦੇ ਹਾਂ ਤਾਂ ਅਸੀਂ x1 ਪ੍ਰਾਪਤ ਕਰ ਰਹੇ ਹਾਂ ਜੋ 1 ਦੇ ਬਰਾਬਰ ਹੈ। ਇਹ ਉਹ ਇੱਕ ਸੰਭਾਵਿਤ ਆਈਗਨ ਵੈਕਟਰ ਹੈ ਜੋ
ਜੋ ਅਸੀਂ ਇੱਥੇ ਪ੍ਰਾਪਤ ਕਰ ਰਹੇ ਹਾਂ। ਇਸ ਲਈ ਇਸ ਲੈਂਬਡਾ 1 ਦੇ ਅਨੁਸਾਰੀ ਆਈਗਨ ਵੈਕਟਰ ਕੁਝ ਵੀ ਨਹੀਂ ਹਨ, ਪਰ 1 ਅਤੇ 1 ਪਲੱਸ i ਹੈ ਜੋ ਕਿ ਇਸ ਆਈਗਨ ਵੈਲਿਊ 2 ਪਲੱਸ i ਦੇ ਅਨੁਸਾਰੀ ਆਈਗਨ ਵੈਕਟਰ ਹਨ। ਉਹੀ ਗਣਨਾ ਅਸੀਂ ਦੂਜੇ ਰੂਟ ਲਈ ਦੁਹਰਾ ਸਕਦੇ ਹਾਂ ਜੋ ਕਿ 2 i ਸੀ ਅਤੇ ਦੁਬਾਰਾ ਅਸੀਂ ਇੱਥੇ ਕੀ ਪ੍ਰਾਪਤ ਕਰਾਂਗੇ ਇਸ ਸਿਸਟਮ ਆਫ ਇਕੁਏਸ਼ਨ ਲਈ ਹੁਣ ਸਾਡਾ ਮੈਟ੍ਰਿਕਸ ਹੈ। ਅਤੇ ਇੱਥੇ ਇਸ ਟਰਾਂਸਫੋਰਮੇਸ਼ਨ ਦੀ ਵਰਤੋਂ ਕਰਨ ਨਾਲ ਜੋ ਕਿ R2 ਉੱਥੇ ਰੋ ਟਰਾਂਸਫੋਰਮੇਸ਼ਨ ਹਨ, ਸਾਨੂੰ ਹੁਣ R2 ਮਾਈਨਸ ਮਿਲੇਗਾ ਜਦੋਂ ਅਸੀਂ 2R ਨੂੰ 1/1 ਪਲੱਸ i ਨਾਲ ਗੁਣਾ ਕਰਦੇ ਹਾਂ ਅਤੇ ਇੱਥੇ ਵੀ ਉਹੀ ਸਥਿਤੀ ਹੁੰਦੀ ਹੈ ਤਾਂ ਕਿ ਜਦੋਂ ਅਸੀਂ 1 ਪਲੱਸ i ਨੂੰ ਗੁਣਾ ਕਰਦੇ ਹਾਂ ਤਾਂ ਅਸੀਂ ਪ੍ਰਾਪਤ ਕਰ ਸਕਦੇ ਹਾਂ। ਇਸ ਸਥਿਤੀ ਵਿੱਚ ਅਸੀਂ ਦੁਬਾਰਾ ਇਸ -2 ਨੂੰ ਪ੍ਰਾਪਤ ਕਰਾਂਗੇ ਅਤੇ ਇੱਥੇ 1 ਪਲੱਸ i ਜਦੋਂ ਅਸੀਂ ਇਸ ਦੂਜੀ ਰੋ ਨੂੰ ਸਬਟ੍ਰੈਕਟ ਕਰਦੇ ਹਾਂ ਤਾਂ 0 ਹੋ ਜਾਵੇਗਾ। ਇਸ ਲਈ ਸਾਡੇ ਕੋਲ ਇਸ ਟਰਾਂਸਫੋਰਮੇਸ਼ਨ ਦੁਆਰਾ ਇਹ ਰੋ ਰਿਡਿਊਸਡ ਫਾਰਮ ਹੈ ਅਤੇ ਦੁਬਾਰਾ ਸਾਡੇ ਕੋਲ ਇਹ ਇਕੁਏਸ਼ਨ 1 i x1 ਬਰਾਬਰ x2 ਹੈ, ਜਿੱਥੋਂ ਅਸੀਂ ਇਸ x2 ਨੂੰ 1 i ਦੇ ਬਰਾਬਰ ਸੈਟ ਕਰ ਸਕਦੇ ਹਾਂ ਅਤੇ ਅਸੀਂ x1 ਨੂੰ 1 ਦੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਇਸ ਲੈਂਬਡਾ 1 ਦੇ ਅਨੁਸਾਰੀ ਆਈਗਨ ਵੈਕਟਰ ਹੁਣ ਇਹ 1 ਹੈ ਅਤੇ 1 i ਹੈ। ਇਸ ਲਈ ਸਾਡੇ ਕੋਲ ਆਈਗਨ ਵੈਕਟਰਾਂ ਵਜੋਂ 1 ਅਤੇ 1 i ਹੈ। ਇਸ ਲਈ ਜੇਕਰ ਇਹ ਇੱਕ ਰੀਅਲ ਮੈਟ੍ਰਿਕਸ ਹੈ ਤਾਂ ਕਿ ਇਹ ਨਤੀਜਾ ਹੈ ਜੋ ਇਸ ਉਦਾਹਰਨ ਨਾਲ ਸੰਬੰਧਿਤ ਨਹੀਂ ਹੈ, ਪਰ ਜਨਰਲ ਨਤੀਜਾ ਹੈ ਜੋ ਸਾਡੇ ਕੋਲ ਹੁਣ ਹੈ ਕਿਉਂਕਿ ਅਸੀਂ ਇਸ ਉਦਾਹਰਨ ਵਿੱਚ ਜੋ ਦੇਖਿਆ ਹੈ। ਪਹਿਲਾਂ ਇਹ ਆਈਗਨ ਵੈਲਿਊ 2 ਪਲੱਸ i ਸੀ ਅਤੇ ਅਨੁਸਾਰੀ ਆਈਗਨ ਵੈਕਟਰ 1 ਪਲੱਸ i ਸੀ। ਅਤੇ ਹੁਣ ਸਾਡੇ ਕੋਲ ਇਹ 2 i ਅਤੇ ਆਈਗਨ ਵੈਕਟਰਜ਼ ਹਨ ਜੋ ਸਾਨੂੰ 1 i ਦਿੰਦਾ ਹੈ ਤਾਂ ਆਈਗਨ ਵੈਕਟਰਜ਼ ਜਾਂ ਆਈਗਨ ਵੈਕਟਰਜ਼ ਵਿੱਚੋਂ ਇੱਕ ਅਸੀਂ ਪ੍ਰਾਪਤ ਕਰ ਰਹੇ ਹਾਂ ਜੋ ਅਸੀਂ ਆਈਗਨ ਵੈਕਟਰਜ਼ ਲਈ ਪ੍ਰਾਪਤ ਕੀਤਾ ਹੈ ਉੱਥੇ ਇਸ ਦੇ ਕੰਜੂਗੇਟ ਦੇ ਅਨੁਸਾਰੀ ਹੈ। ਇਸ ਲਈ ਜਨਰਲ ਤੌਰ ਤੇ ਸਾਡੇ ਕੋਲ ਇਹ ਇੱਕ ਵਧੀਆ ਨਤੀਜਾ ਹੈ ਅਤੇ ਇੱਕ ਰੀਅਲ ਮੈਟ੍ਰਿਕਸ ਦੇ ਰੂਪ ਵਿੱਚ ਅਤੇ ਕੰਪਲੈਕਸ ਆਈਗਨ ਵੈਲਿਊ ਤੋਂ ਬਾਅਦ ਕੰਜੂਗੇਟ ਹੈ। ਫਿਰ ਕੰਜੂਗੇਟ ਇਸ ਲੈਂਬਡਾ ਬਾਰ ਤਾਂ ਲੈਂਬਡਾ ਇੱਕ ਆਈਗਨ ਵੈਲਿਊ ਹੈ ਤਾਂ ਕੰਜੂਗੇਟ ਵੀ ਆਈਗਨ ਵੈਲਿਊ ਹੋਵੇਗਾ। ਅਤੇ ਅਸੀਂ ਉਹ ਕੁਦਰਤੀ ਹੈ ਜੋ ਇਸ ਕੈਰੈਕਟਰਿਸਟਿਕ ਇਕੁਏਸ਼ਨ ਤੋਂ ਆ ਰਿਹਾ ਹੈ, ਇਸ ਲਈ ਕੰਜੂਗੇਟ ਹਮੇਸ਼ਾ ਰੂਟ ਦੇ ਰੂਪ ਵਿੱਚ ਹੋਵੇਗਾ। ਇਸ ਲਈ ਇੱਥੇ ਅਤੇ ਦਿਲਚਸਪ ਗੱਲ ਇਹ ਹੈ ਕਿ ਸਾਡੇ ਕੋਲ ਇਸ ਤੋਂ ਇਹ x ਬਰਾਬਰ ਹੈ ਲੈਂਬਡਾ x ਦੇ ਬਰਾਬਰ ਜੇਕਰ ਅਸੀਂ ਦੋਵੇਂ ਪਾਸੇ ਕੰਜੂਗੇਟ ਲੈਂਦੇ ਹਾਂ ਤਾਂ ਸਾਨੂੰ ਕੀ ਮਿਲੇਗਾ ਕਿਉਂਕਿ ਇਹ ਰੀਅਲ ਮੈਟ੍ਰਿਕਸ ਹੈ। ਇਸ ਲਈ ਇਹ ਇਸ ਤਰ੍ਹਾਂ ਹੀ ਰਹੇਗਾ ਅਤੇ ਇਹ ਇੱਥੇ x ਲਈ ਕੰਜੂਗੇਟ ਹੋਵੇਗਾ ਅਤੇ ਰਾਈਟ ਹੈਂਡ ਸਾਈਡ ਲੈਂਬਡਾ ਦਾ ਕੰਜੂਗੇਟ ਅਤੇ x ਦਾ ਕੰਜੂਗੇਟ ਹੋਵੇਗਾ। ਇਸ ਲਈ ਦੁਬਾਰਾ ਸਾਡੇ ਕੋਲ ਇਹ ਇਕੁਏਸ਼ਨ ਹੈ ਆਈਗਨ ਵੈਲਿਊ ਆਈਗਨ ਵੈਕਟਰਜ਼। ਪ੍ਰਸ਼ਨ ਇਸ x ਬਾਰ ਲਈ ਸੰਤੁਸ਼ਟ ਹੈ x ਦਾ ਕੰਜੂਗੇਟ ਅਤੇ ਰਾਈਟ ਹੈਂਡ ਸਾਈਡ ਸਿਰਫ ਲੈਂਬਡਾ ਬਾਰ ਹੈ ਜੋ ਕਿ ਹੁਣ ਆਈਗਨ ਵੈਲਿਊ ਅਤੇ x ਬਾਰ ਹੈ। ਇਸ ਲਈ ਇਹ ਹੁਣ ਕੀ ਦੱਸਦਾ ਹੈ ਕਿ ਇੱਥੇ x ਬਾਰ ਹੈ x ਦਾ ਕੰਜੂਗੇਟ ਲੈਂਬਡਾ ਬਾਰ ਦੇ ਇਸ ਕੰਜੂਗੇਟ ਨਾਲ ਅਨੁਸਾਰੀ ਆਈਗਨ ਵੈਕਟਰ ਹੋਵੇਗਾ। ਇਸ ਲਈ ਅਸਲ ਵਿੱਚ ਸਾਨੂੰ ਇਸ ਦੀ ਕੰਪਿਊਟ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਇਹ ਇਸ ਗਣਨਾ ਦਾ ਨਤੀਜਾ ਹੈ ਕਿ ਇੱਕ ਵਾਰ ਸਾਡੇ ਕੋਲ ਇਸ ਲੈਂਬਡਾ ਦੀ ਇੱਕ ਕੰਪਲੈਕਸ ਵੈਲਿਊ ਦੇ ਅਨੁਸਾਰੀ ਇੱਕ ਆਈਗਨ ਵੈਕਟਰ ਹੈ ਅਤੇ ਇਸ ਦਾ ਕੰਜੂਗੇਟ ਹੋਰ ਕੰਜੂਗੇਟ ਆਈਗਨ ਵੈਲਿਊ ਦਾ ਆਈਗਨ ਵੈਕਟਰ ਹੋਵੇਗਾ। ਇਸ ਲਈ ਇੱਥੇ ਜੋ ਸਾਡੇ ਕੋਲ ਕੰਜੂਗੇਟ ਰੂਟ ਜਾਂ ਕੰਜੂਗੇਟ ਆਈਗਨ ਵੈਲਿਊ ਕੰਪਲੈਕਸ ਕੰਜੂਗੇਟ ਬਾਰੇ ਦਿਲਚਸਪ ਨਤੀਜਾ ਹੈ। ਇਸ ਲਈ ਇਸ ਸਥਿਤੀ ਵਿੱਚ ਡਿਸਟਿੰਕਟ ਆਈਗਨ ਵੈਲਿਊ ਦੇ ਅਨੁਸਾਰੀ ਆਈਗਨ ਵੈਕਟਰ ਲੀਨੀਅਰਲੀ ਇੰਡੀਪੈਂਡੈਂਟ ਹੁੰਦੇ ਹਨ। ਇਹ ਉਹ ਹੈ ਜੋ ਅਸੀਂ ਘੱਟੋ-ਘੱਟ ਗਣਨਾਵਾਂ ਲਈ ਦੇਖਿਆ ਹੈ ਜੋ ਸਾਡੇ ਕੋਲ ਸੰਖਿਆਤਮਕ ਗਣਨਾ ਵਿੱਚ ਸੀ ਅਤੇ ਇਹ ਵੀ ਕਿ ਅਸੀਂ ਇੱਥੇ ਕੀ ਦੇਖਿਆ ਹੈ ਕਿ ਇੱਕ ਰੀਅਲ ਮੈਟ੍ਰਿਕਸ ਵਿੱਚ ਇੱਕ ਕੰਪਲੈਕਸ ਆਈਗਨ ਵੈਲਿਊ ਹੋ ਸਕਦਾ ਹੈ ਤਾਂ ਜੋ ਇੱਥੇ ਦਿਲਚਸਪ ਹੈ ਅਤੇ ਆਈਗਨ ਵੈਲਿਊ ਅਤੇ ਆਈਗਨ ਵੈਕਟਰਜ਼ ਦੋਵੇਂ ਸਹੀ ਕੰਪਲੈਕਸ ਕੰਜੂਗੇਟ ਜੋੜਾ ਹਨ। ਇਸ ਲਈ ਇੱਕ ਵਾਰ ਜਦੋਂ ਸਾਡੇ ਕੋਲ ਕੰਪਲੈਕਸ ਆਈਗਨ ਵੈਲਿਊ ਹੋਣ ਤਾਂ ਇਸ ਦਾ ਕੰਜੂਗੇਟ ਮੁੱਲ ਉੱਥੇ ਹੋਵੇਗਾ ਅਤੇ ਨਾ ਸਿਰਫ ਇਹ ਕਿ ਆਈਗਨ ਵੈਕਟਰਜ਼ ਵੀ ਕੰਜੂਗੇਟ ਜੋੜਾ ਹੋਣਗੇ। ਇਸ ਲਈ ਇਹ ਦਿਲਚਸਪ ਨਤੀਜਾ ਹੈ ਜੋ ਅਸੀਂ ਦੇਖਿਆ ਹੈ ਅਤੇ ਇਹ ਜਨਰਲ ਤੌਰ ਤੇ ਸਹੀ ਹੈ ਉਸ ਉਦਾਹਰਨ ਲਈ ਨਹੀਂ ਜੋ ਅਸੀਂ ਹੁਣੇ ਦਿਖਾਇਆ ਹੈ। ਇਹ ਵਰਤੇ ਗਏ ਹਵਾਲੇ ਹਨ। ਧੰਨਵਾਦ।